ਲੈਂਡਮਾਰਕ ਕਿਉਂ ਨਹੀਂ ਪੈਕੇजेस ਦੇ ਵਿੱਚ ਡੀਲ ਕਰ ਰਿਹਾ ਐਂਡ ਪੈਕੇजेस ਕਿਉਂ ਨਹੀਂ ਲੈਣੇ ਚਾਹੀਦੇ? ਤੁਸੀਂ ਆਪਣੇ ਡਾਕੂਮੈਂਟ ਦੇ ਜਾਓ, ਵੀਜ਼ਾ ਲੈਣ ਆ ਜਾਓ। ਤੁਹਾਨੂੰ ਕੀ ਪਤਾ ਤੁਹਾਡੀ ਫਾਈਲ 'ਚ ਕੀ ਲੱਗਿਆ। ਔਰ ਇਨਫੈਕਟ ਟਰੈਵਲ ਦੇ ਟਾਈਮ ਤੇ ਵੀ ਦੇ ਪੀਪਲ ਡੋਂਟ ਹੈਲਪ। ਸਮਟਾਈਮਸ ਉੱਥੇ ਬੱਚਾ ਖੜਾ ਹੀ ਰਹਿ ਜਾਂਦਾ 에ਅਰਪੋਰਟ ਤੇ, ਜੀ ਮੈਨੂੰ ਇੱਦਾਂ ਵੈਰੀਫਿਕੇਸ਼ਨ ਹੋ ਰਹੀ ਆ, ਮੈਂ ਕੀ ਬੋਲਾਂ। ਏਜੰਟ ਕਹਿ ਰਿਹਾ ਮੈਂ ਤਾਂ ਵੀਜ਼ਾ ਲਵਾਤਾ, ਏਜੰਟ ਤਾਂ ਨਿਕਲ ਗਿਆ ਪਿਕਚਰ 'ਚੋਂ। ਲਾਸ ਕਿਹਦਾ ਹੋਇਆ ਸਰ? ਸਟੂਡੈਂਟ ਦਾ। ਵੀਜ਼ਾ ਗ੍ਰਾਂਟਡ ਬੱਚਾ, ਉਹਦੇ ਬਾਅਦ ਚੋਂ ਪਾਸਪੋਰਟ ਤੇ ਸਟੈਂਪ ਲੱਗ ਰਹੀ ਹੈ ਵੀਜ਼ਾ ਕੈਂਸਲ ਦੀ, ਤਾਂ ਉਹਦਾ ਤਾਂ ਸਾਰਾ ਫਿਊਚਰ ਖਰਾਬ ਹੋ ਗਿਆ, ਉਹ ਵਾਪਸ ਵੀ ਨਹੀਂ ਜਾ ਸਕਦਾ ਉਸ ਕੰਟਰੀ ਕਦੀ ਵੀ। ਯੂਕੇ ਦਾ ਵੀਜ਼ਾ ਸਰ ਇਦਾਂ ਹੈ ਕਿ ਅਗਰ ਪ੍ਰੋਫਾਈਲ ਐਲੀਜੀਬਲ ਹੈ, ਬੱਚੇ ਕੋਲ ਜੈਨੂਇਨ ਡਾਕੂਮੈਂਟ ਹੈ, ਜੈਨੂਇਨ ਫੰਡਸ ਹੈ, ਯੂਕੇ ਦਾ ਵੀਜ਼ਾ ਨਹੀਂ। ਹੈਲੋ ਮੈਮ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਆਵਰ ਪੋਡਕਾਸਟ। ਸੋ ਅੱਜ ਆਪਾਂ ਡਿਸਕਸ ਕਰਾਂਗੇ ਯੂਕੇ ਦੇ ਬਾਰੇ। ਯੂਕੇ ਦਾ ਕਰੰਟ ਸਿਨੈਰੀਓ ਕੀ ਚੱਲ ਰਿਹਾ ਹੈ? ਸਤਿ ਸ਼੍ਰੀ ਅਕਾਲ ਸਰ। ਸੋ ਯੂਕੇ ਦਾ ਕਰੰਟ ਸਿਨੈਰੀਓ ਇਹ ਹੈ ਕਿ ਅੱਜ ਦੇ ਟਾਈਮ 'ਚ ਯੂਕੇ ਨੂੰ ਲੈ ਕੇ ਲੋਕ ਬਹੁਤ ਸੀਰੀਅਸ ਹੋ ਗਏ ਕਿ ਉੱਥੋਂ ਦੀ ਸਟੱਡੀ ਐਕਸਪਲੋਰ ਕਰਨਾ ਚਾਹੁੰਦੇ ਆ, ਉੱਥੇ ਕੀ ਵਰਕ ਆਪਸ਼ਨਸ ਨੇ, ਕੀ ਅੱਗੇ ਜੌਬ ਓਪਰਚੁਨਿਟੀਜ਼ ਹੈ। ਸਟੂਡੈਂਟਸ ਦੇ ਵਿੱਚ ਇਹ ਕ੍ਰੇਜ਼ ਅੱਜ ਦੇ ਟਾਈਮ 'ਚ ਵੱਧਦਾ ਹੀ ਜਾ ਰਿਹਾ ਹੈ, ਜੋ ਕਿ ਮੈਂ ਓਬਜ਼ਰਵ ਕਰ ਰਹੀ ਹਾਂ। ਇਨਫੈਕਟ ਸਾਰੀ ਜੋ ਹੈ ਪਬਲਿਕ ਵੀ ਓਬਜ਼ਰਵ ਕਰ ਰਹੀ ਹੈ। ਸੋ ਇਹ ਇਨਫਲੂਐਂਸ ਕਿਉਂ ਵੱਧਦਾ ਜਾ ਰਿਹਾ ਹੈ? ਦੇਖੋ, ਯੂਕੇ ਆਫਰ ਕਰਦਾ ਟੌਪ ਕੁਆਲਿਟੀ ਐਜੂਕੇਸ਼ਨ। ਔਰ ਅਗਰ ਮੈਂ ਸਟੇਟ ਵਾਈਜ਼ ਗੱਲ ਕਰਾਂ, ਸਿਰਫ ਪੰਜਾਬ ਦਾ ਬੱਚਾ ਹੀ ਨਹੀਂ, ਅੱਜ ਦੇ ਟਾਈਮ 'ਚ ਤੁਸੀਂ ਹਰਿਆਣਾ ਦਾ ਬੱਚਾ ਵੀ ਦੇਖੋਗੇ, ਸਾਊਥ ਸਾਈਡ ਵੀ ਜਾਓਗੇ, ਉਹ ਅੱਜ ਕੱਲ੍ਹ ਜ਼ਿਆਦਾ ਇੰਟਰਸਟ ਸ਼ੋ ਕਰ ਰਿਹਾ ਯੂਕੇ ਲਈ। ਸੋ ਮੈਮ, ਯੂਕੇ ਇਸ ਟਾਈਮ ਪਹਿਲਾਂ ਹੁੰਦਾ ਸੀ ਕਿ ਕੈਨੇਡਾ ਟੌਪ ਪ੍ਰਾਇੋਰਟੀ ਹੁੰਦੀ ਸੀ ਹਰ ਬੱਚੇ ਦੀ। ਅੱਜ ਜੇ ਦੇਖਿਆ ਜਾਵੇ ਅਦਰ ਕੰਟਰੀਜ਼ ਵੀ ਪ੍ਰਾਇੋਰਟਾਈਜ਼ ਹੋ ਰਹੀਆਂ। ਸੋ ਯੂਕੇ ਇੰਨੀ ਤੇਜ਼ੀ ਨਾਲ ਕਿਉਂ ਵਧਿਆ? ਯੂਕੇ ਦਾ ਇੰਨਾ ਕ੍ਰੇਜ਼ ਕਿਉਂਕਿ ਉੱਥੇ ਦੀ ਐਜੂਕੇਸ਼ਨ ਇੰਨੀ ਬੈਟਰ ਹੈ। ਯੈਸ ਸਰ, ਅਗਰ ਆਪਾਂ ਕੰਪੇਅਰ ਕਰੀਏ, ਯੂਕੇ ਆਫਰ ਜਨਰਲੀ ਯੂਕੇ ਫੋਕਸ ਕਰਦਾ ਹੈ ਸਿਰਫ ਡਿਗਰੀਜ਼ ਤੇ। ਠੀਕ ਹੈ, ਜਿਵੇਂ ਕਿ ਬੈਚਲਰ ਡਿਗਰੀ, ਮਾਸਟਰਸ ਡਿਗਰੀ। ਦੇਖੋ, ਯੂਕੇ ਦੇ ਵਿੱਚ ਅਗਰ ਆਪਾਂ ਬੈਚਲਰ ਡਿਗਰੀ ਲਈ ਬੱਚਾ ਜਾਂਦਾ ਹੈ ਤਾਂ 3 ਇਅਰਸ ਟੂ 4 ਇਅਰਸ ਦੀ ਹੈ। ਪਲੱਸ ਇਹਦੇ ਵਿੱਚ ਐਡਵਾਂਟੇਜ ਕੀ ਆਉਂਦੀ ਹੈ ਬੱਚਿਆਂ ਨੂੰ ਕਿ ਅਗਰ ਬੱਚਾ ਯੂਜੀ ਲਈ ਜਾ ਰਿਹਾ, ਅੰਡਰ ਗ੍ਰੈਜੂਏਟ ਲਈ ਆਫਟਰ 12th, ਤਾਂ ਯੂਕੇ ਦੀ ਯੂਨੀਵਰਸਿਟੀਜ਼ ਨਾ ਬੱਚਿਆਂ ਨੂੰ ਪਲੇਸਮੈਂਟ ਜਾਂ ਸੈਂਡਵਿਚ ਈਅਰ ਵੀ ਆਫਰ ਕਰਦੀਆਂ, ਜਿਹਦੀ ਕੋਈ ਫੀਸ ਨਹੀਂ ਦੇਣੀ ਪੈਂਦੀ। ਅਗਰ ਫੀਸ ਹੈ ਵੀ ਤਾਂ ਬਹੁਤ ਨੋਮੀਨਲ ਜੀ, ਜਿਵੇਂ ਕਿ 2 ਲੱਖ 3 ਲੱਖ, ਮਤਲਬ ਕਾਈਂਡ ਆਫ ਬੱਚੇ ਨੂੰ ਉਹਦੇ ਵਿੱਚ ਇੰਟਰਨਸ਼ਿਪ ਵੀ ਮਿਲ ਗਈ, ਬੱਚਾ ਐਕਸਪਲੋਰ ਵੀ ਕਰ ਰਿਹਾ ਹੈ। ਔਰ ਉਹ ਕੀ ਹੁੰਦਾ ਹੈ, ਉਹ ਜਿਹੜਾ ਈਅਰ ਹੈ ਉਹ ਮਿਡ ਆਫ ਦਾ ਡਿਗਰੀ ਹੁੰਦਾ। ਜਿਵੇਂ ਫਸਟ ਈਅਰ ਬੱਚੇ ਨੇ ਕਰ ਲਿਆ, ਸੈਕੰਡ ਈਅਰ ਕਰ ਲਿਆ, ਥਰਡ ਈਅਰ ਜਿਹੜਾ ਹੋਏਗਾ ਉਹ ਸੈਂਡਵਿਚ ਈਅਰ ਹੋਏਗਾ, ਜਿਹਦੇ ਵਿੱਚ ਉਹ ਆਪਸ਼ਨਸ ਐਕਸਪਲੋਰ ਕਰੇਗਾ, ਕੰਪਨੀਜ਼ ਦੇ ਨਾਲ, ਕੰਪਨੀਜ਼ ਦੇ ਵਿੱਚ ਕੰਮ ਕਰੇਗਾ ਐਜ਼ ਅ ਇੰਟਰਨ। ਉਹਨੂੰ ਕਹਿ ਲਓ ਪੇਡ ਅਨਪੇਡ, ਡਿਪੈਂਡਸ ਕਿਵੇਂ ਦੀ ਬੱਚਾ ਹੈਗਾ, ਕੈਪੇਬਿਲਿਟੀ ਕਿਵੇਂ ਦੀ ਹੈ ਉਹਦੀ। ਠੀਕ ਹੈ ਜੀ। ਸੋ ਇਹ ਕੋਰਸਿਸ ਜਿਹੜੇ ਹੈਗੇ ਹੈ ਇਹ ਆਲਮੋਸਟ ਸਾਰੀਆਂ ਯੂਨੀਵਰਸਿਟੀਜ਼ 'ਚ ਹੁੰਦੇ ਹੈ। ਅਗਰ ਮੈਂ ਅੰਡਰ ਗ੍ਰੈਜੂਏਟ ਦੀ ਗੱਲ ਕਰਾਂ, ਹੁਣ ਇਹਦਾ ਬੈਨੀਫਿਟ ਕੀ ਹੈ? ਦੇਖੋ, ਅਗਰ ਸੈਂਡਵਿਚ ਲਈ ਹੈ ਬੱਚਾ, ਸੈਂਡਵਿਚ ਈਅਰ ਲਈ ਜਾ ਰਿਹਾ ਤਾਂ ਥਰਡ ਈਅਰ ਕਾਈਂਡ ਆਫ ਉਹ ਆਪਣਾ ਐਕਸਪਲੋਰ ਕਰ ਰਿਹਾ ਆਪਸ਼ਨਸ, ਪਲੱਸ ਕੋਈ ਫੀਸ ਵੀ ਨਹੀਂ ਦੇ ਰਿਹਾ ਯੂਨੀਵਰਸਿਟੀ ਨੂੰ, ਜਿਵੇਂ ਲੈਕਸ ਦੇ ਵਿੱਚ ਪੇ ਨਹੀਂ ਕਰ ਰਿਹਾ। ਐਂਡ ਅਗਰ ਸਟੂਡੈਂਟ ਪੇ ਵੀ ਕਰ ਰਿਹਾ, ਇਟਸ ਲਾਈਕ 2 ਲੱਖ 3 ਲੱਖ। ਐਂਡ ਦੈਨ 4th ਈਅਰ ਜਿਹੜਾ ਹੋਏਗਾ ਬੱਚੇ ਦਾ, ਅਗੇਨ ਫਾਈਨਲ ਈਅਰ ਹੋਏਗਾ, ਉਹਦੇ ਲਈ ਬੱਚਾ ਫਿਰ ਤੋਂ ਪੇ ਕਰੇਗਾ। ਤਾਂ ਡਿਗਰੀ 4 ਸਾਲਾਂ ਦੀ ਹੈ, ਬਟ ਉਹ ਪੇ ਕਿੰਨਾ ਕਰ ਰਿਹਾ? ਸਿਰਫ 3 ਇਅਰਸ ਦਾ, ਔਰ ਐਕਸਪੋਜ਼ਰ ਉਹਨੂੰ 4 ਇਅਰਸ ਦਾ ਮਿਲ ਰਿਹਾ। ਠੀਕ ਹੈ। ਐਂਡ ਦੈਨ ਅਗੇਨ ਮਾਸਟਰਸ ਡਿਗਰੀ ਦੀ ਗੱਲ ਕਰਾਂ, ਸਾਰੀ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਉਹ 1 ਸਾਲ ਦਾ ਕੋਰਸ ਆਫਰ ਕਰਦੀਆਂ। ਠੀਕ ਹੈ। ਔਰ ਅਗਰ ਮੈਂ ਬਾਕੀ ਕੰਟਰੀਜ਼ ਦੀ ਗੱਲ ਕਰਾਂ ਤਾਂ ਯੂਕੇ ਦੇ ਵਿੱਚ 1 ਸਾਲ ਦੀ ਡਿਗਰੀ ਹੈ, ਬਟ ਅਦਰ ਕੰਟਰੀਜ਼ ਦੇ ਵਿੱਚ 2 ਇਅਰਸ ਦੀ। ਇਨਫੈਕਟ ਇੰਡੀਆ ਦੇ ਵਿੱਚ ਵੀ 2 ਸਾਲ ਦੀ ਹੈ। ਠੀਕ ਹੈ। ਤਾਂ ਉੱਥੇ ਬੱਚਾ LLM ਕਰ ਲੇ, MBA ਕਰ ਲੇ, ਸਾਰੀਆਂ 1 ਸਾਲ ਦੀਆਂ ਨੇ। ਠੀਕ ਹੈ। ਸੋ ਹੁਣ ਦੇਖੋ, ਇਹਦੇ ਵਿੱਚ ਅਗਰ 2 ਇਅਰਸ ਦੀ ਵੀ ਬੱਚਾ ਕਈ ਵਾਰ ਲੈ ਕੇ ਆਉਂਦਾ ਆਪਸ਼ਨ ਕਿ ਮੈਂ 2 ਸਾਲ ਦੀ ਕਰਨੀ ਹੈ, ਜਾਂ ਮੈਂ 1 ਸਾਲ ਤੋਂ 12 ਮੰਥਸ ਤੋਂ ਜ਼ਿਆਦਾ ਦੀ ਡਿਗਰੀ ਕਰਨੀ ਹੈ, ਤਾਂ ਉਹ ਵੀ ਆਪਸ਼ਨ ਹੈ। ਅਗੇਨ, ਜਿਵੇਂ ਮੈਂ ਸੈਂਡਵਿਚ ਕੋਰਸ ਬਾਰੇ ਤੁਹਾਨੂੰ ਦੱਸਿਆ, ਇੱਦਾਂ ਮਾਸਟਰਸ ਦੇ ਵਿੱਚ ਪਲੇਸਮੈਂਟ ਈਅਰ ਹੁੰਦਾ ਹੈ। ਤਾਂ ਬੱਚਾ ਪੇ 1 ਸਾਲ ਦੀ ਹੀ ਫੀਸ ਕਰ ਰਿਹਾ, ਬਟ ਸੈਕੰਡ ਈਅਰ ਉਹਨੂੰ ਅਗੇਨ ਐਕਸਪਲੋਰ ਕਰ ਸਕਦਾ ਹੈ ਕੰਪਨੀਜ਼। ਠੀਕ ਹੈ। ਆਪਣੀ ਇੰਟਰਨਸ਼ਿਪ ਕਰ ਸਕਦਾ ਹੈ। ਇਨਫੈਕਟ ਇਹ ਹੈ ਕਿ ਆਊਟ ਆਫ ਦਾ ਕੰਟਰੀ ਵੀ ਜਾ ਸਕਦਾ ਹੈ। ਅਗਰ ਕੋਈ ਕੰਪਨੀ ਉਹਨੂੰ ਬਾਹਰੋਂ ਕੋਈ ਜਿਹੜੀ ਹੈਗੀ ਆ ਉਹਦੀ ਯੂਨੀਵਰਸਿਟੀ ਦੇ ਵਿੱਚ ਆਈ ਹੈ, ਔਰ ਬੱਚਾ ਉੱਥੇ ਜਾ ਕੇ ਵੀ ਐਕਸਪਲੋਰ ਕਰ ਸਕਦਾ, ਉਹ ਆਊਟ ਆਫ ਦਾ ਯੂਕੇ ਵੀ ਜਾ ਸਕਦਾ। ਠੀਕ ਹੈ ਮੈਮ, ਕਿੰਨਾ ਜ਼ਰੂਰੀ ਆ ਬੱਚੇ ਦੇ ਲਈ ਜਾਂ ਉਹਦੇ ਕੰਸਲਟੈਂਟ ਦੇ ਲਈ ਕਿ ਇੰਡੀਆ ਵਿੱਚ ਜਦੋਂ ਆਪਣਾ, ਚਾਹੇ ਉਹ +2 ਪਾਸ ਬੱਚਾ ਆ ਰਿਹਾ, ਚਾਹੇ ਉਹ ਬੈਚਲਰਸ ਕਰਕੇ ਆ ਰਿਹਾ, ਕਿ ਉਹਦਾ ਕੋਰਸ ਰੈਲੇਵੈਂਟ ਹੋਣਾ ਚਾਹੀਦਾ ਆ, ਕਿ ਉਹਨੇ ਜੋ ਪ੍ਰੀਵੀਅਸ ਸਟੱਡੀ ਕੀਤੀ, ਜੋ ਅੱਗੇ ਸਟੱਡੀ ਲੈਣ ਜਾ ਰਿਹਾ, ਉਹਦੇ ਕਿੰਨਾ ਉਹਨੂੰ ਰਿਲੇਟੇਬਿਲਿਟੀ ਚਾਹੀਦੀ ਹੈ? ਸਰ ਯੂਕੇ ਹੀ ਐਜੀ ਕੰਟਰੀ ਹੈ ਜੋ ਐਜ਼ ਸੱਚ ਇੰਨਾ ਰੈਲੇਵੈਂਸੀ ਤੇ ਬਿਲੀਵ ਨਹੀਂ ਕਰਦੀ। ਠੀਕ ਹੈ। ਬਟ ਹਾਂ, ਕੁਛ ਰੈਲੇਵੈਂਸੀ ਤਾਂ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਅਗਰ ਬੱਚਾ ਬਿਲਕੁਲ ਆਪੋਜ਼ਿਟ ਨਹੀਂ ਹੋਣਾ ਚਾਹੀਦਾ। ਬਿਲਕੁਲ ਆਪੋਜ਼ਿਟ ਨਹੀਂ। ਜਿਵੇਂ ਕਹਿ ਲਓ ਤੁਸੀਂ ਕਾਮਰਸ ਸਟਰੀਮ ਤੋਂ ਆ ਸਟੂਡੈਂਟ ਨੇ ਮੈਥ ਇਕਨੋਮਿਕਸ ਪੜ੍ਹੀ ਹੈ, ਐਂਡ ਸਟੂਡੈਂਟ ਕਹਿ ਰਿਹਾ ਕਿ ਮੈਂ ਮੈਡੀਕਲ ਪ੍ਰੋਗਰਾਮ ਲਈ ਚਲਾ ਜਾਵਾਂ, ਔਰ ਜਾਵਾਂ ਵੀ ਡਾਇਰੈਕਟ ਡਿਗਰੀ ਲਈ। ਠੀਕ ਹੈ। ਉਹ ਤਾਂ ਪੋਸੀਬਲ ਨਹੀਂ ਹੈ, ਦੇਖੋ, ਹੈ ਨਾ, ਕਿਉਂਕਿ ਉਹਨੇ ਉਹ ਸਟੱਡੀ ਨਹੀਂ ਕੀਤਾ। ਬਟ ਸਟਿਲ ਇੱਕ ਆਪਸ਼ਨ ਹੈ, ਬੱਚਾ ਫਾਊਂਡੇਸ਼ਨ ਕੋਰਸ ਲੈ ਕੇ ਵੀ ਜਾ ਸਕਦਾ। ਠੀਕ ਹੈ। ਫਾਊਂਡੇਸ਼ਨ ਕੋਰਸ ਦੀ ਵੀ ਡਿਊਰੇਸ਼ਨ ਅਗੇਨ 4 ਇਅਰਸ ਹੋਏਗੀ। ਸੋ ਇਹ ਵੀ ਬੈਨੀਫਿਟ ਹੈ ਸਟੂਡੈਂਟ ਲਈ। ਤਾਂ ਸਟਰੀਮ ਵੀ ਚੇਂਜ ਕਰ ਸਕਦਾ ਸਟੂਡੈਂਟ।
ਠੀਕ ਹੈ। ਐਂਡ ਅਗਰ ਉਹਨੇ ਆਪਣੀ ਰੈਲੇਵੈਂਸੀ ਦੇ ਅਕੋਰਡਿੰਗ ਜਾਣਾ ਹੈ ਤਾਂ ਰੈਲੇਵੈਂਸੀ ਅਕੋਰਡਿੰਗ ਤਾਂ ਆਪਸ਼ਨ ਓਬਵੀਅਸਲੀ ਹੋਏਗਾ ਹੀ। ਸੇਮ ਗੋਜ਼ ਵਿਦ ਮਾਸਟਰਸ। तो अगर स्टूडेंट ने बैचलर डिग्री की है और उन्हें अपनी जी स्ट्रीम चेंज करनी है, सपोज बच्चा है बिजनेस बैकग्राउंड तो वो कह रहा है हूँ कि जिमें आजकल टैक्नोलॉजी वध रही है बहुत, स्पेशली AI का टाइम है, तो स्टूडेंट ने करना है कोई कंप्यूटर तो रिलेटेड कोर्स, तो वो स्टूडेंट जी अपनी फील्ड किस तरीके नाल स्विच कर सकता है कन्वर्जन कोर्स के नाल। तो मास्टर्स इन कन्वर्जन कोर्स लवे एंड बच्चा अगे दी अपनी स्ट्रीम स्विच कर सकता है। सो रेलेवेंसी भी नहीं रहती और बच्चे का ड्रीम भी पूरा हो जाता है। ਰੀਸੈਂਟਲੀ ਦੇਖਿਆ ਕਿ ਸੋਸ਼ਲ ਮੀਡੀਆ ਤੇ ਲੈਂਡਮਾਰਕ ਨੇ ਕਾਫੀ ਸੈਮੀਨਾਰਸ ਕੀਤੇ ਆ ਫਰੋਮ ਲਾਸਟ ਮੰਥ ਟੂ ਟਿਲ ਨਾਓ। ਤੁਹਾਡੇ ਸੈਮੀਨਾਰਸ ਚੱਲ ਰਹੇ ਨੇ। ਇਹਨਾਂ ਸੈਮੀਨਾਰਸ ਦੇ ਵਿੱਚ ਤੁਸੀਂ ਯੂਕੇ ਦੇ ਪ੍ਰਤੀ ਕਿੰਨੇ ਬੱਚੇ ਇੰਟਰਸਟਿਡ ਦੇਖੇ ਤੇ ਉਹ ਕਿਸ ਸਟੱਡੀ ਨੂੰ ਲੈ ਕੇ, ਕਿਹੜੇ ਕੋਰਸ ਨੂੰ ਲੈ ਕੇ ਜ਼ਿਆਦਾ ਤੁਹਾਡੇ ਕੋਲੋਂ ਆਪਣੀ ਕੁਐਰੀ ਕਰ ਰਹੇ ਨੇ? ਸਰ ਰਾਈਟ ਨਾਓ ਮੈਨੂੰ ਸਾਰੇ ਕੋਰਸਿਸ ਦੇ ਟਾਈਪਸ ਆਫ ਕੋਰਸਿਸ ਜਿਹੜੀ ਹੈਗੀ ਕੁਐਰੀਜ਼ ਮੈਨੂੰ ਮਿਲ ਰਹੀ ਹੈ। ਜਿਵੇਂ ਲਾਅ ਦੇ ਲਈ ਵੀ ਸਟੂਡੈਂਟਸ ਇੰਟਰਸਟਿਡ ਹੈ। ਲਾਅ ਤਾਂ ਤੁਹਾਨੂੰ ਪਤਾ ਹੀ ਹੈ ਯੂਕੇ ਦਾ ਕਿੰਨਾ ਸਟਰੋਂਗ ਹੈ ਔਰ ਇਟਸ ਸੇਮ ਲਾਈਕ ਇੰਡੀਆ। ਐਂਡ ਦੈਨ ਸਾਈਕੋਲੋਜੀ ਲਈ ਬੱਚੇ ਬਹੁਤ ਜ਼ਿਆਦਾ ਇੰਟਰਸਟਿਡ ਨੇ। MBA ਉਹ ਤਾਂ ਫੋਰਐਵਰ ਸਟਰੀਮ ਹੈਗੀ ਹੈ, ਉਹ ਤਾਂ ਹਰ ਕੋਈ ਕਰ ਸਕਦਾ, ਚਾਹੇ ਉਹ ਮੈਡੀਕਲ ਦਾ ਸਟੂਡੈਂਟ ਹੈ, ਨਾਨ ਮੈਡੀਕਲ ਬੈਕਗਰਾਊਂਡ ਤੋਂ ਹੈ, ਇਨਫੈਕਟ ਟੈਕਨੋਲੋਜੀ ਬੈਕਗਰਾਊਂਡ ਤੋਂ ਹੈ, BCA ਕੀਤੀ ਹੈ, ਉਹ ਵੀ ਬੱਚਾ ਕਰ ਸਕਦਾ ਹੈ। ਹੁਣ ਕੁਐਸਚਨ ਜ਼ਿਆਦਾ ਅਰਾਈਜ਼ ਹੁੰਦਾ ਹੈ ਕਿ ਕਿਸ ਟਾਈਪ ਦੀ ਡਿਗਰੀ ਵੈਲਿਊਏਬਲ ਹੈਗੀ ਹੈ। ਸੋ ਕਾਫੀ ਸਾਰੇ ਕੋਰਸਿਸ ਹੈ ਜੋ ਕਿ ਹਾਈ ਡਿਮਾਂਡ ਹੈਗੇ ਹੈ, ਇੰਡੀਆ ਤੋਂ ਵੀ ਬੱਚੇ ਲੈ ਕੇ ਜਾਣਾ ਚਾਹੁੰਦੇ ਆ, ਜਿਵੇਂ LLM, law degrees, psychology, business management, economics बहुत strong है UK ਦਾ। and then medicine, MBBS ਲਈ ਵੀ ਬੱਚੇ ਇੰਟਰਸਟਿਡ ਦੇਖੇ ਆ ਮੈਂ। no doubt MBBS ਲਈ ਥੋੜੀ ਜਿਹੀ ਰਿਕੁਆਇਰਮੈਂਟ ਹਾਈ ਹੋ ਜਾਂਦੀ ਹੈ ਐਂਡ ਫੀਸ ਸਟਰਕਚਰ ਕਹਿ ਲਓ 1 ਕਰੋੜ ਤੱਕ ਜਾਂਦਾ, ਬਿਕਾਜ਼ MBBS ਸਾਰੀ ਕੰਟਰੀਜ਼ ਆਫਰ ਨਹੀਂ ਕਰਦੀਆਂ। UK ਅਗਰ ਕਰਦਾ ਹੈ ਤਾਂ ਅਗੇਨ ਸਾਰੀ ਯੂਨੀਵਰਸਿਟੀਜ਼ ਨਹੀਂ ਕਰਦੀਆਂ, ਰਾਈਟ। ਸੋ ਇਹਦੇ ਲਈ ਥੋੜਾ ਜਿਹਾ ਕੰਪੀਟੀਟਿਵ ਹੈਗਾ MBBS ਲਈ। ਮਤਲਬ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਯੂਕੇ ਦੇ ਵਿੱਚ ਜੇ ਤੁਸੀਂ ਮਾਸਟਰ ਡਿਗਰੀ ਖਾਸ ਕਰ MBA ਕਰਨੀ ਹੈ ਤੇ ਉਹਦੇ ਲਈ ਤੁਹਾਡੀ ਪੋਕਟ ਵੀ ਹੈਵੀ ਹੋਣੀ ਚਾਹੀਦੀ ਹੈ ਐਂਡ ਤੁਹਾਡਾ ਅੱਗੇ ਜਾ ਕੇ ਉਹਦੀ ਵੈਲਿਊ ਵੀ ਐਡ ਹੁੰਦੀ ਹੈ। ਸਰ ਪੋਕਟ ਦੀ ਨਹੀਂ, ਪੋਕਟ ਬਜਟ ਫ੍ਰੈਂਡਲੀ ਵੀ ਆ ਜਾਂਦਾ ਹੈ ਜੀ, ਬਟ ਇਹ ਹੈ ਕਿ ਅਗਰ ਤੁਸੀਂ ਬਹੁਤ ਹੀ ਜ਼ਿਆਦਾ ਕਿ ਮੈਂ ਜਿਵੇਂ ਕਿ ਇੱਕ ਨਾ ਯੂਕੇ ਦੇ ਵਿੱਚ ਰਸਲ ਗਰੁੱਪ ਯੂਨੀਵਰਸਿਟੀਜ਼ ਨੇ ਜੀ, ਦੋਜ਼ ਆਰ ਲਾਈਕ 24 ਗਰੁੱਪ ਆਫ ਯੂਨੀਵਰਸਿਟੀਜ਼, ਠੀਕ ਹੈ। ਉਹ ਬੇਸਿਕਲੀ ਜੋ ਫੋਕਸ ਕਰਦੀਆਂ ਉਹ ਰਿਸਰਚ ਤੇ ਹੀ ਕਰਦੀਆਂ, ਤਾਂ ਉਹਨਾਂ ਨੂੰ ਇੱਕ ਗਰੁੱਪ ਦੇ ਵਿੱਚ ਬਾਈਂਡ ਕੀਤਾ ਗਿਆ ਹੈ, ਤਾਂ ਉਹਨਾਂ ਨੂੰ ਕਹਿੰਦੇ ਆ ਰਸਲ ਗਰੁੱਪ। ਸੋ ਜਨਰਲੀ ਬੱਚਾ ਅਗਰ MBA ਪਲਾਨ ਕਰਦਾ ਹੈ ਨਾ, ਜੋ ਕਿ ਕਹਿ ਲਓ ਕਿ ਜਿਹਨੂੰ ਕੋਈ ਬਜਟ ਇਸ਼ੂ ਵੀ ਨਹੀਂ ਹੈ ਐਂਡ ਬ੍ਰਿਲੀਅੰਟ ਬੱਚਾ, ਬ੍ਰਿਲੀਅੰਟ ਵੀ ਨਹੀਂ ਕਹਿੰਦੇ, ਮਤਲਬ ਅਕੈਡਮਿਕਲੀ ਵੀ ਸਟਰੋਂਗ ਆ ਤੇ ਫਾਈਨੈਂਸ਼ੀਅਲੀ ਵੀ ਸਟਰੋਂਗ ਆ ਜੀ, ਠੀਕ ਹੈ। ਉਹ ਸਟੂਡੈਂਟ ਜਿਹੜਾ ਹੈਗਾ ਉਹ ਫਸਟ ਆਫ ਆਲ ਉਹਦੀ ਪ੍ਰੈਫਰੈਂਸ ਰਹਿੰਦੀ ਹੈ ਜੀ ਰਸਲ ਗਰੁੱਪ ਜੀ। ਸੋ ਰਸਲ ਗਰੁੱਪ ਦੀ ਰਿਕੁਆਇਰਮੈਂਟ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੈ ਰਾਦਰ ਦੈਨ ਅਦਰ ਯੂਨੀਵਰਸਿਟੀਜ਼ ਅਗਰ ਮੈਂ ਕੰਪੇਅਰ ਕਰਾਂ। ਸੋ ਰਸਲ ਗਰੁੱਪ ਦੇ ਵਿੱਚ ਜਨਰਲੀ ਰਿਕੁਆਇਰਮੈਂਟ ਹੁੰਦੀ ਹੈ GRE GMAT ਦੀ, ਪਲੱਸ MBA ਲਈ ਜਿਵੇਂ ਕਿ ਤੁਸੀਂ ਇੱਕ ਸਪੈਸੀਫਿਕ ਕੋਰਸ ਦੀ ਗੱਲ ਕਰ ਰਹੇ ਹੋ, ਸੋ MBA ਲਈ ਰਿਕੁਆਇਰਮੈਂਟ ਹੁੰਦੀ ਆ GRE GMAT ਪਲੱਸ ਐਟਲੀਸਟ 3 to 5 years of work ਜੀ, ਮੈਨੇਜਰੀਅਲ ਐਕਸਪੀਰੀਅੰਸ ਹੋਣਾ ਚਾਹੀਦਾ ਬੱਚੇ ਕੋਲ। ਬਟ ਅਗਰ ਬੱਚਾ ਫਿਰ ਵੀ ਕਹੇ ਕਿ ਨਹੀਂ ਮੈਂ MBA ਕਰਨੀ ਆ ਜੀ, ਚਲੋ ਰਸਲ ਗਰੁੱਪ ਨਹੀਂ ਮਿਲਦੀ ਤਾਂ ਥੋੜੀ ਜਿਹੀ ਨਾਰਮਲ ਯੂਨੀਵਰਸਿਟੀਜ਼ ਅਗੇਨ ਪਬਲਿਕ ਹੀ ਹੋਏਗੀ, ਸੇਮ ਚੀਜ਼ਾਂ ਹੋਣਗੀਆਂ, ਮੋਡਿਊਲਸ ਵੀ ਆਲਮੋਸਟ ਸਿਮਿਲਰ ਹੁੰਦੇ ਆ, ਠੀਕ ਹੈ ਜੀ। ਤਾਂ ਉਹ ਵਾਲਾ ਬੱਚਾ ਉਸ ਯੂਨੀਵਰਸਿਟੀ 'ਚ ਵੀ ਜਾ ਸਕਦਾ। ਹੁਣ ਇਹਦੇ ਫਾਇਦੇ ਕੀ ਆ ਕਿ ਸੇਮ MBA ਕੋਰਸ ਕਰ ਰਿਹਾ, ਹਾਂਜੀ, ਥੋੜਾ ਜਿਹਾ ਬਜਟ ਫ੍ਰੈਂਡਲੀ ਆ ਗਿਆ, ਪਲੇਸਮੈਂਟ ਆਪਸ਼ਨਸ ਅਗੇਨ ਹੋਤੇ ਹੀ ਆ, ਹੋਏਗੀ ਵੀ ਪਬਲਿਕ ਯੂਨੀਵਰਸਿਟੀ, ਤਾਂ ਕੋਈ ਉਹਦਾ ਵੀ ਡਰਾਬੈਕ ਨਹੀਂ ਜੀ। ਤਾਂ ਉਹਦੇ ਵਿੱਚ ਬੱਚੇ ਨੂੰ ਜਨਰਲੀ ਜ਼ਿਆਦਾ 2 ਜਾਂ 3 ਸਾਲ ਦਾ ਵਰਕ ਐਕਸਪੀਰੀਅੰਸ, ਬਟ ਕਈ ਯੂਨੀਵਰਸਿਟੀਜ਼ ਤਾਂ ਉਹ ਵੀ ਨਹੀਂ ਲੈਂਦੀਆਂ ਜੀ। ਸੋ ਮੈਮ ਤੁਸੀਂ ਜਿੱਦਾਂ ਕਾਫੀ ਨੌਲੇਜ ਦਿੱਤੀ ਅਬਾਊਟ ਕੋਰਸਿਸ MBA, ਹੁਣ ਇਹ ਦੱਸੋ ਕਿ ਲੈਂਡਮਾਰਕ ਰਾਈਟ ਨਾਓ ਬੱਚਿਆਂ ਨੂੰ ਕੀ ਸਹੂਲਤ ਦੇ ਰਿਹਾ ਖਾਸ ਕਰ ਇਨ ਸਕਾਲਰਸ਼ਿਪਸ? ਓਕੇ ਸਰ, ਸਕਾਲਰਸ਼ਿਪਸ ਦਾ ਹੈ ਕਿ ਯੂਨੀਵਰਸਿਟੀਜ਼ ਬੇਸਿਕਲੀ ਹੈਲਪ ਕਰ ਰਹੀਆਂ ਸਕਾਲਰਸ਼ਿਪਸ ਲਈ। ਯੂਨੀਵਰਸਿਟੀਜ਼ ਅੱਜ ਦੇ ਟਾਈਮ 'ਚ UK ਦੀਆਂ ਜਿਹੜੀਆਂ ਸਾਰੀਆਂ ਯੂਨੀਵਰਸਿਟੀਜ਼ ਹੈ, ਦੇ ਆਰ ਆਫਰਿੰਗ ਲਾਈਕ ਅਪ ਟੂ 10,000 12,000 ਸਕਾਲਰਸ਼ਿਪਸ ਟੂ ਦ ਇੰਟਰਨੈਸ਼ਨਲ ਸਟੂਡੈਂਟਸ ਬੇਸਡ ਔਨ ਦੇਅਰ ਐਲੀਜੀਬਿਲਿਟੀ। ਬੇਸਿਕਲੀ ਉਹ ਪਹਿਲਾਂ ਦੇਖਦੇ ਆ ਅਕੈਡਮਿਕ ਐਲੀਜੀਬਿਲਿਟੀ, ਜਿਹਦੇ ਵਿੱਚ ਇਹ ਹੈ ਬੱਚਿਆਂ ਨੂੰ ਕਿ ਅਗਰ ਮੇਰਾ ਆਇਲਸ ਸਟਰੋਂਗ ਹੋਏਗਾ ਤਾਂ ਮੈਨੂੰ ਸਕਾਲਰਸ਼ਿਪ ਮਿਲ ਜਾਏਗੀ, ਜੋ ਕਿ ਇਹ ਨਹੀਂ ਹੁੰਦਾ। ਉਹ ਇੱਕ ਜਿਹੜਾ ਆਇਲਸ PT ਜਾਂ ਬੱਚਾ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੁੰਦਾ ਨਾ, ਉਹ ਬੇਸਿਕਲੀ ਇਹ ਹੁੰਦਾ ਹੈ ਕਿ ਬੱਚਾ ਉੱਥੋਂ ਦੀ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਜਾ ਰਿਹਾ, ਤਾਂ ਉੱਥੇ ਉਹ ਕੰਪੈਟੇਬਲ ਹੈ ਬੋਲਣ 'ਚ। ਔਰ ਅਗਰ ਬੱਚਾ MOI ਬੇਸਿਸ ਤੇ ਵੀ ਕਰੇਗਾ ਨਾ, ਤਾਂ ਵੀ MOI ਐਜ਼ ਇਨ ਮੀਡੀਅਮ ਆਫ ਇੰਸਟਰਕਸ਼ਨ, ਜੇ ਉਹਨੇ ਇੰਗਲਿਸ਼ ਮੀਡੀਅਮ ਤੋਂ ਸਟੱਡੀ ਕੀਤੀ ਹੈ ਨਾ, ਉਹਨੂੰ ਵੀ ਯੂਨੀਵਰਸਿਟੀ ਉਸ ਤਰੀਕੇ ਨਾਲ ਹੀ ਕੰਸੀਡਰ ਕਰੇਗੀ ਅਗਰ ਉਹ ਐਲੀਜੀਬਲ ਹੈ, ਠੀਕ ਹੈ ਜੀ। ਸੋ ਪਹਿਲੀ ਗੱਲ ਤਾਂ ਇਹ ਮਿੱਥ ਆਪਾਂ ਕੱਢ ਦਿੰਦੇ ਹਾਂ ਅਗਰ ਬੱਚੇ ਨੇ ਸਕਾਲਰਸ਼ਿਪ ਅਵੇਲ ਕਰਨੀ ਆ,
ਠੀਕ ਹੈ। ਸੈਕਿੰਡ ਆਂਦਾ ਹੈ ਅਕੈਡਮਿਕਲੀ ਬੱਚਾ ਥੋੜਾ ਜਿਹਾ ਸਾਊਂਡ ਹੋਣਾ ਚਾਹੀਦਾ। ਇਹ ਨਹੀਂ ਕਿ ਬੱਚਾ 50% ਲੈ ਕੇ ਆ ਰਿਹਾ 45% ਲੈ ਰਿਹਾ ਐਂਡ ਦੇ ਆਰ ਐਕਸਪੈਕਟਿੰਗ ਕਿ ਸਾਨੂੰ ਸਕਾਲਰਸ਼ਿਪ ਮਿਲ ਜੇ ਜੀ ਠੀਕ ਹੈ। ਉਹਦੇ ਵਿੱਚ ਤਾਂ ਸਰ ਫਿਰ ਕੋਈ ਵੀ ਹੈਲਪ ਨਹੀਂ ਕਰ ਪਾਏਗਾ ਹੈ ਨਾ। ਬਿਲਕੁਲ। ਬਟ ਇਹ ਆ ਕਿ ਅਗਰ ਬੱਚੇ ਕੋਲੇ ਫਿਰ ਵੀ ਅੱਛੇ ਪਰਸੈਂਟੇਜ ਹੈ 60% ਹੈ 65% ਹੈ ਸੋ ਲੈਂਡਮਾਰਕ ਵਿਲ ਹੈਲਪ देम ਟੂ ਗੈਟ ਐਟਲੀਸਟ 5000 to 10000 ਆਫ ਸਕਾਲਰਸ਼ਿਪ। ਓਕੇ, ਇਹ ਪਾਉਂਡ ਦੀ ਗੱਲ ਹੋ ਰਹੀ ਹੈ। ਬਿਲਕੁਲ ਬਿਲਕੁਲ ਜੀ GBP ਮਤਲਬ 5000 ਤੋਂ ਲੈ ਕੇ ਤੁਸੀਂ 10000 ਪਾਉਂਡ ਤੱਕ ਦੀ ਸਕਾਲਰਸ਼ਿਪ। ਠੀਕ ਹੈ। ਸੋ ਮੈਮ ਰਾਈਟ ਨਾਓ ਅਸੀਂ ਦੇਖਿਆ ਵਾ ਬਹੁਤ ਸਾਰੀਆਂ ਐਡਸ, ਬਹੁਤ ਸਾਰੇ ਕੰਸਲਟੈਂਟ ਏਜੰਟਸ ਪੈਕੇजेस ਦੇ ਵਿੱਚ ਡੀਲ ਕਰਦੇ ਆ। ਲੈਂਡਮਾਰਕ ਕਿਉਂ ਨਹੀਂ ਪੈਕੇजेस ਦੇ ਵਿੱਚ ਡੀਲ ਕਰ ਰਿਹਾ ਐਂਡ ਪੈਕੇजेस ਕਿਉਂ ਨਹੀਂ ਲੈਣੇ ਚਾਹੀਦੇ? ਸਰ ਇਹ ਮੈਂ ਬਹੁਤ ਆਬਜ਼ਰਵ ਕੀਤਾ ਹੈ ਕਿ ਪੈਕੇजेस ਦੇ ਵਿੱਚ ਹੋ ਰਹੀ ਹੈ, ਸਪੈਸ਼ਲੀ ਅਗਰ ਮੈਂ ਹਰਿਆਣਾ ਸਾਈਡ ਗੱਲ ਕਰਾਂ ਤਾਂ ਅੱਜ ਕੱਲ ਜਿਹੜੇ ਹੈਗੇ ਬੱਚੇ ਇਨਕਲਾਈਨਡ ਵੀ ਛੇਤੀ ਕਨਵਿੰਸ ਵੀ ਹੋ ਜਾਂਦੇ ਹੈ ਕਿ ਉਹ ਫਲਾਨਾ ਏਜੰਟ ਹੈ, ਉਹ ਪੈਕੇਜ 'ਚ ਕਰ ਰਿਹਾ, ਉਹ ਇੰਨੇ ਪੈਸੇ ਲੈ ਰਿਹਾ। ਬਟ ਉਹ ਇਹ ਕਦੇ ਨਹੀਂ ਸੋਚਦੇ ਕਿ ਅਗਰ ਅਸੀਂ ਸਟੈਪ ਬਾਏ ਸਟੈਪ ਇਸ ਚੀਜ਼ ਨੂੰ ਕੈਲਕੂਲੇਟ ਕਰਕੇ ਚੱਲੀਏ ਤਾਂ ਪੈਕੇਜ ਦੇ ਵਿੱਚ ਫਸਟ ਆਫ ਆਲ ਕਿੰਨਾ ਪੈਸਾ ਸਾਡਾ ਐਕਸਟਰਾ ਜਾ ਰਿਹਾ ਔਰ ਤੁਹਾਨੂੰ ਕੀ ਪਤਾ ਕਿ ਤੁਹਾਡੇ ਕੀ ਡਾਕੂਮੈਂਟਸ ਲੱਗ ਰਹੇ ਨੇ ਬਿਕੋਜ਼ ਉਹਨਾਂ ਨੇ ਤਾਂ ਪੈਕੇਜ ਕਰ ਲਿਆ ਨਾ। ਤੁਸੀਂ ਤਾਂ ਜਾ ਕੇ ਆਪਣੇ ਓਰੀਜਨਲ ਫੜਾਇਆ ਹੈ, ਤੁਸੀਂ ਪਾਸਪੋਰਟ ਫੜਾਇਆ ਹੈ, ਤੁਸੀਂ 10th 12th ਦੀ ਮਾਰਕਸ਼ੀਟ ਵਗੈਰਾ ਸਭ ਕੁਝ ਦੇ ਆਏ। ਤੁਹਾਨੂੰ ਨਹੀਂ ਪਤਾ ਤੁਹਾਡੀ ਫਾਈਲ 'ਚ ਕੀ ਲੱਗ ਰਿਹਾ, ਕਿਵੇਂ ਇੰਟਰਵਿਊ ਕਲੀਅਰ ਹੋ ਰਿਹਾ, ਕੀ ਹੋ ਰਿਹਾ, ਨੋਬਡੀ ਨੋਜ਼। ਅੱਗੇ ਜਾ ਕੇ ਇਹ ਚੈਲੰਜ ਕੌਣ ਫੇਸ ਕਰੇਗਾ? ਬੱਚਾ ਹੀ ਕਰੇਗਾ। ਏਜੰਟ ਤਾਂ ਵਿੱਚੋਂ ਨਿਕਲ ਗਿਆ ਬਿਕੋਜ਼ ਉਹਨਾਂ ਦੀ ਡੀਲ ਕੀ ਹੁੰਦੀ ਆ, ਤੁਸੀਂ ਆਪਣੇ ਡਾਕੂਮੈਂਟ ਦੇ ਜਾਓ, ਵੀਜ਼ਾ ਲੈਣ ਆ ਜਾਓ। ਇਹੀ ਹੁੰਦਾ ਜਨਰਲੀ ਜੋ ਆਪਾਂ ਦੇਖ ਰਹੇ ਹਾਂ। ਔਰ ਤੁਹਾਨੂੰ ਕੀ ਪਤਾ ਤੁਹਾਡੀ ਫਾਈਲ 'ਚ ਕੀ ਲੱਗਿਆ। ਔਰ ਇਨਫੈਕਟ ਟਰੈਵਲ ਦੇ ਟਾਈਮ ਤੇ ਵੀ ਦੇ ਪੀਪਲ ਡੋਂਟ ਹੈਲਪ। ਸਮਟਾਈਮਸ ਉੱਥੇ ਬੱਚਾ ਖੜਾ ਹੀ ਰਹਿ ਜਾਂਦਾ 에ਅਰਪੋਰਟ ਤੇ, ਜੀ ਮੈਨੂੰ ਇੱਦਾਂ ਵੈਰੀਫਿਕੇਸ਼ਨ ਹੋ ਰਹੀ ਆ, ਮੈਂ ਕੀ ਬੋਲਾਂ। ਮਤਲਬ ਉਹਨੂੰ ਆਪਣੀ ਨੌਲੇਜ ਹੀ ਨਹੀਂ ਹੁੰਦੀ ਜੋ ਉਹਨੇ ਆਪਣੇ ਪੇਪਰ ਕੀ ਲੱਗੇ, ਕਿਹੜੇ ਕੋਰਸ 'ਚ ਜਾ ਰਿਹਾ, ਕਿਹੜੇ ਕਾਲਜ ਜਾ ਰਿਹਾ, ਯੂਨੀਵਰਸਿਟੀ ਜਾ ਰਿਹਾ। ਰਾਈਟ, ਨਹੀਂ ਇੱਦਾਂ ਹੁੰਦਾ ਯੂਨੀਵਰਸਿਟੀ ਜਾ ਰਿਹਾ ਬਟ ਆਪਾਂ ਨੂੰ ਐਗਜ਼ੈਕਟਲੀ ਫਾਈਲ 'ਚ ਨਹੀਂ ਨਾ ਪਤਾ। ਕਿਉਂਕਿ ਜਦੋਂ ਆਪਾਂ ਜੋ ਮੈਂ ਫੇਸ ਕੀਤਾ ਸਰ, ਮੇਰੇ ਕੋਲ 2-3 ਕੁਐਰੀਜ਼ ਆਈਆਂ ਵੀ ਆ ਇਸ ਚੀਜ਼ ਨੂੰ ਲੈ ਕੇ। ਇਹ ਆਈ ਥਿੰਕ ਡਿਫਰੈਂਟ ਜਿਹਾ ਆਨਸਰ ਹੋਏਗਾ ਸ਼ਾਇਦ ਤੁਹਾਡੇ ਕੁਐਸਚਨ ਦਾ। ਇੱਕ ਸਟੂਡੈਂਟ ਜਾ ਰਿਹਾ ਸੀ, ਟਰੈਵਲ ਕਰ ਰਿਹਾ ਸੀ ਜਰਮਨੀ ਦੇ ਵਿੱਚ। ਜਰਮਨੀ ਦੇ ਵੀ ਪੈਕੇਜ ਚੱਲੇ ਆ ਬੜੇ, ਬਟ ਮੈਂ ਇੱਕ ਐਗਜ਼ਾਮਪਲ ਦੇ ਰਹੀ ਹਾਂ। ਸੋ ਜਰਮਨੀ ਦੇ ਵਿੱਚ ਸਟੂਡੈਂਟ ਟਰੈਵਲ ਕਰ ਰਿਹਾ ਸੀ। ਸਟੂਡੈਂਟ ਨੂੰ ਏਜੰਟ ਨੇ ਡਾਕੂਮੈਂਟ ਦੇ ਦਿੱਤੇ। ਹਾਂਜੀ, ਏਜੰਟ ਨੇ ਆਪਣੇ ਡਾਕੂਮੈਂਟ ਬਣਾ ਕੇ ਉਹਦਾ ਵੀਜ਼ਾ ਲਵਾਤਾ, ਉਹਨੂੰ ਵੀਜ਼ਾ ਹੈਂਡਓਵਰ ਕਰਤਾ, ਬੱਚੇ ਦੀ ਟਿਕਟ ਕਰਾਤੀ, ਬੱਚੇ ਨੂੰ ਆ ਸਾਰੇ ਹੈਂਡਓਵਰ ਦਿੱਤੇ ਕਿ ਤੇਰਾ ਆਹ ਐਕਸਪੀਰੀਅੰਸ ਸੀਗਾ, ਇਹ ਸਭ ਕੁਝ ਸਾਰੀਆਂ ਚੀਜ਼ਾਂ। ਮੈਂ ਕਿਸੇ ਵੀ ਏਜੰਟ ਦਾ ਨਾਮ ਨਹੀਂ ਲਊਂਗੀ, ਠੀਕ ਹੈ ਜੀ। ਐਂਡ ਉਹ ਬੱਚਾ 에ਅਰਪੋਰਟ ਤੇ ਜਾਂਦਾ। ਉੱਥੇ ਜਦੋਂ ਬੱਚਾ ਬੋਰਡਿੰਗ ਪਾਸ ਲੈ ਰਿਹਾ ਹੁੰਦਾ ਹੈ, ਜਨਰਲੀ ਪਹਿਲੀ ਗੱਲ ਤਾਂ ਇਹ ਉੱਥੇ ਅਲਾਈਅੰਸ ਆਫਿਸਰ ਵੀ ਹੁੰਦੇ ਆ ਏਅਰਲਾਈਨ ਦੇ। ਉਹਨਾਂ ਨੇ ਉਹਨੂੰ ਜਸਟ ਇੱਕ ਕੁਐਸਚਨ ਪੁੱਛਿਆ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ। ਆਈ ਥਿੰਕ ਬੱਚਾ ਥੋੜਾ ਜਿਹਾ ਨਰਵਸ ਹੋ ਜਾਂਦਾ ਬਿਕਾਜ਼ ਇਹ ਗਾਈਡੈਂਸ ਹੀ ਨਹੀਂ ਹੁੰਦੀ ਕਿ ਇੱਦਾਂ ਅਲਾਈਅੰਸ ਆਫਿਸਰ ਵੀ ਉਹਨਾਂ ਨੂੰ ਕੁਐਸਚਨ ਕਰ ਸਕਦਾ ਐਟ ਦਾ ਟਾਈਮ ਆਫ ਬੋਰਡਿੰਗ ਪਾਸ, ਹੈ ਨਾ। ਕਿਉਂਕਿ ਆਪਾਂ ਨੂੰ ਜਨਰਲੀ ਇਹ ਹੁੰਦਾ ਕਿ ਇਮੀਗ੍ਰੇਸ਼ਨ ਦੇ ਹੋਊਗਾ, ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਸੋ ਉਸ ਟਾਈਮ ਦੇ ਵਿੱਚ ਕੀ ਬੱਚਾ ਥੋੜਾ ਜਿਹਾ ਨਰਵਸ ਹੋ ਗਿਆ, ਉਹਨਾਂ ਨੇ ਉਹਨੂੰ ਸਾਈਡ ਤੇ ਕਰਤਾ। ਕਹਿੰਦੇ ਕਿ ਤੁਸੀਂ ਆਪਣੇ ਡਾਕੂਮੈਂਟ ਦਿਖਾਓ ਸਾਰੇ, ਐਕਸਪੀਰੀਅੰਸ ਵੀ ਕਢਾ ਲਏ ਸਭ ਕੁਝ। ਹੁਣ ਆਈ ਡੋਂਟ ਨੋ ਉਹਦਾ ਕੁਝ ਐਕਸਪੀਰੀਅੰਸ ਕੁਝ ਫੇਕ ਸੀ ਜਾਂ ਬੱਚੇ ਨੂੰ ਕਹਿ ਲਓ ਫੇਕ ਵੀ ਨਹੀਂ ਸੀ, ਉਹਨੂੰ ਪਤਾ ਸੀ ਬਟ ਬੱਚਾ ਤਾਂ ਡਿਸਟਰਬ ਹੋ ਗਿਆ ਨਾ ਉਸ ਟਾਈਮ ਤੇ। ਉਹਨੂੰ ਕਹਿੰਦੇ ਕਿ ਨਹੀਂ ਤੇਰਾ ਐਕਸਪੀਰੀਅੰਸ ਫੇਕ ਹੈ ਔਰ ਉਹਨੂੰ ਉੱਥੋਂ ਵਾਪਸ ਭੇਜਤਾ 에ਅਰਪੋਰਟ। ਹਾਂ, ਬੋਰਡਿੰਗ ਪਾਸ ਵੀ ਨਹੀਂ ਲੈਣ ਦਿੱਤਾ ਜੀ। ਸੋ ਵਾਪਸ ਆ ਗਿਆ ਬੱਚਾ। ਸੋ ਇਹਦੇ ਵਿੱਚ ਕਿਹਦਾ ਸਰ ਲਾਸ ਹੋਇਆ? ਸਟੂਡੈਂਟ ਦਾ। ਏਜੰਟ ਕਹਿ ਰਿਹਾ ਮੈਂ ਤਾਂ ਵੀਜ਼ਾ ਲਵਾਤਾ, ਏਜੰਟ ਤਾਂ ਨਿਕਲ ਗਿਆ ਪਿਕਚਰ ਚੋਂ। ਲਾਸ ਕਿਹਦਾ ਹੋਇਆ ਸਰ? ਸਟੂਡੈਂਟ ਦਾ। ਕੱਲ ਨੂੰ ਸਟੂਡੈਂਟ ਨੂੰ ਹੀ ਫੇਸ ਕਰਨਾ ਪਏਗਾ ਬਿਕਾਜ਼ ਦੇਖੋ ਇੱਕ ਵੀਜ਼ਾ ਗ੍ਰਾਂਟਡ ਬੱਚਾ, ਉਹਦੇ ਬਾਅਦ ਚੋਂ ਪਾਸਪੋਰਟ ਤੇ ਸਟੈਂਪ ਲੱਗ ਰਹੀ ਹੈ ਵੀਜ਼ਾ ਕੈਂਸਲ ਦੀ, ਤਾਂ ਉਹਦਾ ਤਾਂ ਸਾਰਾ ਫਿਊਚਰ ਖਰਾਬ ਹੋ ਰਿਹਾ ਨਾ। ਹੋ ਗਿਆ, ਉਹ ਵਾਪਸ ਵੀ ਨਹੀਂ ਜਾ ਸਕਦਾ ਉਸ ਕੰਟਰੀ ਕਦੀ ਵੀ। ਬਿਲਕੁਲ। ਸੋ ਦੈਟਸ ਵਾਈ ਕੀ ਪੈਕੇजेस ਨਹੀਂ ਕਰਨਾ ਚਾਹੀਦਾ। ਅਵੇਅਰਨੈਸ ਸਰ, ਅਵੇਅਰਨੈਸ ਦੀ ਕਮੀ ਆ। ਔਰ ਚਲੋ ਇਹ ਤਾਂ ਇੱਕ ਚੀਜ਼ ਹੋ ਗਈ ਕਿ ਡਾਕੂਮੈਂਟ ਕੀ ਲੱਗ ਰਿਹਾ, ਦੈਨ ਤੁਸੀਂ ਕਿੰਨੇ ਲੈਕਸ ਜਿਹੜੇ ਹੈਗੇ ਉਹ ਐਕਸਟਰਾ ਦੇ ਰਹੇ ਜੀ। ਹੁਣ ਅਗਰ ਮੈਂ ਇੱਕ ਨੋਮੀਨਲ ਜੀ ਯੂਨੀਵਰਸਿਟੀ ਦੀ ਗੱਲ ਕਰਾਂ, ਕਿਵੇਂ ਬਣਾਉਂਦਾ ਹੋਏਗਾ ਪੈਕੇਜ? ਜੋ ਮੇਰੀ ਅੰਡਰਸਟੈਂਡਿੰਗ ਦੇ ਅਕੋਰਡਿੰਗ ਆ ਕਿ ਜਿਵੇਂ ਯੂਕੇ ਦੇ ਵਿੱਚ ਹੁੰਦਾ ਹੈ ਕੈਸ਼ ਡਿਪੋਜ਼ਿਟ ਦੇ ਦਿਓ ਐਂਡ ਬੱਚਾ ਫਲਾਈ ਕਰ ਸਕਦਾ। ਪੈਕੇਜ ਦੇ ਵਿੱਚ ਸਾਰੀ ਫੀਸ ਤਾਂ ਨਹੀਂ ਪੇ ਕਰਦੇ ਹੋਣੇ। ਚਲੋ ਅਗਰ ਕੈਸ਼ ਡਿਪੋਜ਼ਿਟ ਅਮਾਊਂਟ ਵੀ ਕਰਦੇ ਆ, ਸਪੋਜ਼ ਕਿਸੇ ਯੂਨੀਵਰਸਿਟੀ ਦੀ ਫੀਸ ਹੈਗੀ ਆ 10 ਲੱਖ ਰੁਪਏ ਜੀ, ਕੈਸ਼ ਡਿਪੋਜ਼ਿਟ ਯੂਨੀਵਰਸਿਟੀ ਨੂੰ ਚਾਹੀਦਾ 5 ਲੱਖ ਜੀ, ਤਾਂ ਏਜੰਟ ਨੇ 5 ਲੱਖ ਫੀਸ ਪੇ ਕਰਤੀ। 2-3 ਲੱਖ ਰੁਪਇਆ ਜਿਵੇਂ ਵੀ ਮਾਸਟਰਸ ਦਾ ਕੋਰਸ ਹੈ ਜਾਂ ਫਿਰ ਕਹਿ ਲਓ ਅੰਡਰ ਗ੍ਰੈਜੂਏਟ ਕੋਰਸ ਹੈ, ਉਸ ਅਕੋਰਡਿੰਗ ਇੰਸ਼ੋਰੈਂਸ ਪੇ ਕਰਤਾ। ਉਹ ਤੋਂ 4 ਲੱਖ 3 ਲੱਖ ਅਮਾਊਂਟ ਹੋਰ ਉੱਚੀ ਉਹ ਬਣਾ ਲੈਂਦੇ ਐਕਸਟਰਾ ਕਿ ਅਸੀਂ ਪੇ ਕਰਾਂਗੇ ਜਸਟ ਬਿਕਾਜ਼ ਵੀ ਆਰ ਟੇਕਿੰਗ ਦ ਰਿਸਕ। ਔਰ ਯੂਕੇ ਦਾ ਵੀਜ਼ਾ ਸਰ ਇੱਦਾਂ ਹੈ ਕਿ ਅਗਰ ਪ੍ਰੋਫਾਈਲ ਐਲੀਜੀਬਲ ਹੈ, ਬੱਚੇ ਕੋਲ ਜੈਨੂਅਨ ਡਾਕੂਮੈਂਟ ਹੈ, ਜੈਨੂਅਨ ਫੰਡਸ ਹੈ, ਯੂਕੇ ਦਾ ਵੀਜ਼ਾ ਨਹੀਂ ਰੁਕਦਾ ਜੀ। ਬਟ ਯੂ ਨੋ ਜੈਨੂਇਨਟੀ ਸ਼ੁੱਡ ਬੀ देयर, ਕੁਝ ਫੇਕ ਨਹੀਂ ਹੋਣਾ ਚਾਹੀਦਾ। ਸੋ ਦੈਟਸ ਵਾਈ ਕਿ ਸਟੂਡੈਂਟ ਪੈਕੇजेस ਵਾਲੇ ਜ਼ਿਆਦਾ ਹਰਾਸ ਹੋ ਰਹੇ ਜਾਂ ਅੱਗੇ ਜਾ ਕੇ ਉਹਨਾਂ ਦਾ ਯੂਕੇ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਫਿਊਚਰ ਨਹੀਂ ਬਣ ਪਾ ਰਿਹਾ ਕਿਉਂਕਿ ਉਹਨਾਂ ਨੂੰ ਉਹਦੀ ਫਾਈਲ ਦੀ ਪੂਰੀ ਜਾਣਕਾਰੀ ਹੀ ਨਹੀਂ ਹੈਗੀ।
ਕਿਉਂਕਿ ਪੈਕੇजेस 'ਚ ਕੀ ਹੈ, ਅਸੀਂ ਆਹੀ ਕੋਰਸ ਲੈ ਕੇ ਦੇਵਾਂਗੇ, ਸਾਡਾ ਇਸ ਯੂਨੀਵਰਸਿਟੀ ਨਾਲ ਲਿੰਕ ਹੈ, ਐਦਾਂ ਹੈ, ਅਸੀਂ ਤਾਂ ਇਹੀ ਕਰਾ ਕੇ ਦੇਵਾਂਗੇ। ਉਹ ਬੱਚਾ ਇਹ ਹੋ ਜਾਂਦਾ ਮੈਂ ਯੂਕੇ ਤਾਂ ਜਾ ਰਿਹਾ ਜੀ, ਉਹਨੂੰ ਇਹ ਮਤਲਬ ਬੱਚੇ ਨੂੰ ਸਿਰਫ ਆਪਣੇ ਵੀਜ਼ੇ ਤੱਕ ਦਾ ਮਤਲਬ ਆ, ਉਹਨੂੰ ਇਹ ਨਹੀਂ ਪਤਾ ਕਿ ਅੱਗੇ ਮਤਲਬ ਹੈ ਕਿ ਮੈਂ ਕਿਹੜੀ ਡਿਗਰੀ 'ਚ ਜਾ ਰਿਹਾ, ਕਿਹੜਾ ਕੋਰਸ ਹੈ ਜਾਂ ਕੀ ਚੀਜ਼ ਹੈ। ਸਰ ਜਨਰਲੀ ਪਤਾ ਕੀ ਹੈ, ਜਿਹੜੇ ਪੈਕੇਜ ਵਾਲੇ ਹੁੰਦੇ ਆ ਨਾ, ਉਹ ਇਹੀ ਕਹਿੰਦੇ ਆ ਕਿ ਬੱਚੇ ਨੂੰ ਉੱਥੇ ਪਹੁੰਚਦਾ ਕਰ ਦਈਏ, ਉਹਨਾਂ ਨੂੰ ਅੱਗੇ ਸਟੂਡੈਂਟ ਦੇ ਕਰੀਅਰ ਨਾਲ, ਜੌਬਸ ਨਾਲ ਕੋਈ ਮਤਲਬ ਨਹੀਂ ਹੈ। ਔਰ ਸਟੂਡੈਂਟ ਵੀ ਇਹੀ ਸੋਚਦਾ ਮੈਂ ਤਾਂ ਜਾ ਰਿਹਾ ਜੀ, ਕਿਉਂਕਿ ਉਹਨੂੰ ਉਹ ਫਰੀडम ਮਿਲ ਰਹੀ ਹੈ ਸ਼ਾਇਦ, ਬਟ ਉਹਨੂੰ ਇਹ ਨਹੀਂ ਪਤਾ ਕਿ ਅੱਗੇ ਆਉਣ ਵਾਲਾ ਫਿਊਚਰ ਕੀ ਹੈ ਉਹਦਾ। ਜੀ ਜੀ ਜੀ, ਸੋ ਦੈਟ ਮੀਨਸ ਪੈਕੇਜ ਇਜ਼ ਟੋਟਲੀ ਲਾਈਕ ਕਿ ਬੱਚੇ ਦਾ ਫਿਊਚਰ ਰਿਊਨ ਕਰਨ ਵਾਲੀ ਚੀਜ਼ ਹੈ। ਰਾਈਟ ਜੀ ਜੀ, ਕਿਉਂਕਿ ਤੁਸੀਂ ਪੈਕੇਜ ਕਰ ਰਹੇ ਹੋ, ਤੁਸੀਂ ਜਾ ਕੇ ਏਜੰਟ ਨੂੰ ਸਵਾਲ ਨਹੀਂ ਪੁੱਛ ਸਕਦੇ, ਲੱਗੇਗਾ ਮੈਂ ਕਿਹੜਾ ਤੇਰੇ ਤੋਂ ਕੁਝ ਲਿੱਤਾ ਹੈ। ਜੀ ਜੀ, ਔਰ ਜਨਰਲੀ ਇਹ ਬੱਚਿਆਂ ਨੂੰ ਬੋਲਦੇ ਵੀ ਨੇ ਉਹ ਕਿ ਅਸੀਂ ਤੇਰੇ ਤੋਂ ਕੁਝ ਨਹੀਂ ਲਿੱਤਾ, ਸਾਨੂੰ ਕੁਐਸਚਨਸ ਨਾ ਕਰੋ, ਇਹਨੇ ਜਿੰਨਾ ਹੋਏਗਾ ਆ ਜਾਏਗਾ। ਬੱਚਾ ਵੀ ਇਸ ਕਰਕੇ ਚੁੱਪ ਕਰ ਜਾਂਦਾ ਹੈ ਕਿ ਫ੍ਰੀ ਹੋ ਰਿਹਾ, ਵੀਜ਼ਾ ਆਏਗਾ ਤਾਂ ਦੇਵਾਂਗੇ। ਜੀ ਜੀ, ਬਟ ਇਹ ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ। ਸੋ ਜਿਹੜੇ ਕਪਲਸ ਨੇ, ਮੈਰਿਡ ਕਪਲਸ ਨੇ ਇੰਡੀਆ ਦੇ ਵਿੱਚ, ਉਹ ਜੇ ਯੂਕੇ ਜਾਣਾ ਚਾਹੁੰਦੇ ਆ, ਉਹਨਾਂ ਲਈ ਕਿੰਨੀ ਕੁ ਓਪਰਚੁਨਿਟੀ ਅੱਛੀ ਹੈ ਤੇ ਕਿੰਨੀਆਂ ਆਪਸ਼ਨਸ ਨੇ ਅਵੇਲੇਬਲ ਉਹਨਾਂ ਲਈ? ਓਕੇ, ਸਪਾਊਸ ਕੇਸ ਦੀ ਗੱਲ ਕਰ ਰਹੇ ਹੋ ਨਾ ਤੁਸੀਂ। ਦੇਖੋ ਸਪਾਊਸ ਕੇਸ ਦੋ ਹੀ ਕੋਰਸਿਸ ਦੇ ਵਿੱਚ ਅਲਾਉਡ ਹੈ ਯੂਕੇ 'ਚ, ਇੱਕ ਐਮਰੈਸ ਜੀ, ਮਾਸਟਰਸ ਆਫ ਰਿਸਰਚ, ਐਂਡ ਦੈਨ ਅਦਰ ਵਨ ਇਜ਼ PhD ਜੀ। ਦੋ ਕੋਰਸਿਸ 'ਚ ਅਲਾਉਡ ਹੈ। ਦੇਖੋ ਇਹਦੇ ਵਿੱਚ ਮੈਂ ਇਹ ਕਹੂੰਗੀ ਕਿ ਐਟਲੀਸਟ ਬੱਚੇ ਕੋਲੇ ਅੱਛੀ ਪ੍ਰੋਫਾਈਲ ਹੋਣੀ ਚਾਹੀਦੀ ਹੈ, ਜੋ ਵੀ ਮੇਨ ਐਪਲੀਕੈਂਟ ਹੈ, ਐਂਡ ਉਹਦੇ ਕੋਲ ਆਇਲਸ ਹੋਣਾ ਚਾਹੀਦਾ ਐਟਲੀਸਟ 6.5 ਨਾਟ ਲੈਸ ਦੈਨ 5.5 ਮਿਨੀਮਮ ਜੀ। ਅਦਰਵਾਈਜ਼ ਮੈਂ ਰਿਕਮੈਂਡ ਇਹੀ ਕਰੂੰਗੀ ਕਿ 7 ਨਾਟ ਲੈਸ ਦੈਨ 6.5 ਜੀ, ਮੇਰੀ ਰਿਕਮੈਂਡੇਸ਼ਨ, ਬਿਕਾਜ਼ ਤੁਸੀਂ ਇੱਥੇ ਰਿਸਰਚ ਪ੍ਰੋਗਰਾਮ 'ਚ ਜਾ ਰਹੇ ਹੋ ਵਿਚ ਇਜ਼ ਅ ਡਾਇਰੈਕਟ ਪਾਥਵੇ ਫॉर द PhD। ਓਕੇ, ਠੀਕ ਹੈ। ਸੋ ਆਪਣਾ ਇੱਕ ਕਲੀਅਰ ਵਿਜ਼ਨ ਲੈ ਕੇ ਜਾਓ। ਅਗੇਨ ਇਹ ਨਾ ਸੋਚੋ ਕਿ ਮੈਂ ਸਪਾਊਸ ਕੇਸ ਲਈ ਜਾਣਾ, ਬਿਕਾਜ਼ ਤੁਸੀਂ ਵੀ ਤਾਂ ਇਨਵੈਸਟ ਕਰ ਰਹੇ ਹੋ ਨਾ ਪੈਸਾ, ਬਿਲਕੁਲ 15-18 ਲੱਖ ਰੁਪਏ ਤੁਸੀਂ ਵੀ ਤਾਂ ਲਗਾ ਰਹੇ ਹੋ ਜੀ, ਠੀਕ ਹੈ। ਸੋ ਆਪਣਾ ਇੱਕ ਕਲੀਅਰ ਵਿਜ਼ਨ ਵੀ ਰੱਖੋ। ਇਹ ਨਹੀਂ ਹੈ ਕਿ ਸਪਾਊਸ ਨੂੰ ਨਾਲ ਲੈ ਕੇ ਜਾਣਾ, ਅੱਗੇ ਫਿਊਚਰ ਕੀ ਹੈ ਫਿਰ ਜੀ। ਸਪਾਊਸ 1 ਸਾਲ ਹੀ ਰੱਖ ਲਓਗੇ ਨਾਲ, ਅੱਗੇ 2 ਸਾਲ ਦਾ ਜਿਹੜਾ ਵਰਕ ਪਰਮਿਟ ਮਿਲਦਾ ਹੈ, ਪੋਸਟ ਗ੍ਰੈਜੂਏਟ ਵਰਕ ਪਰਮਿਟ, ਉਹਦੇ ਵਿੱਚ ਰੱਖ ਲਓਗੇ। ਦੈਨ ਆਫਟਰ ਦੈਟ ਉਹ ਵਿਜ਼ਨ ਕਲੀਅਰ ਨਹੀਂ ਹੈਗਾ ਬੱਚਿਆਂ ਨੂੰ। ਸੋ ਉਸ ਕੇਸਿਸ ਦੀ ਜਿਹੜੀ ਹੈਗੀ ਹੈ ਬੱਚਿਆਂ ਨੂੰ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਜੀ। ਸੋ ਮੈਮ ਅੱਗੇ ਅਸੀਂ ਦੇਖਿਆ ਸੀਗਾ ਕਾਫੀ ਟਾਈਮ ਪਹਿਲਾਂ ਕਿ ਯੂਕੇ ਦੀਆਂ ਐਡਸ ਚੱਲਦੀਆਂ ਸੀ ਕਿ ਸਪਾਊਸ ਜਾਓ ਨਾਲ ਆਪਣੇ ਕਿਡਸ ਵੀ ਲੈ ਕੇ ਜਾ ਸਕਦੇ ਆ। ਸੋ ਇਹ ਹੁਣ ਵੀ ਐਪਲੀਕੇਬਲ ਹੈਗਾ ਕਿ ਜਿਹੜਾ ਸਪਾਊਸ ਵੀਜ਼ਾ ਅਪਲਾਈ ਕਰਦਾ, ਜੇ ਉਹ ਮੈਰਿਡ ਆ ਤੇ ਉਹਨਾਂ ਦੇ ਕਿਡਸ ਵੀ ਆ ਇੰਡੀਆ ਦੇ ਵਿੱਚ, ਤੇ ਉਹਨਾਂ ਦੇ ਨਾਲ ਹੀ ਉੱਥੇ ਜਾ ਸਕਦੇ ਨੇ? ਹਾਂਜੀ ਸਰ, ਇਹ ਤਾਂ ਐਪਲੀਕੇਬਲ ਹੈਗਾ, ਬਟ ਅਗੇਨ ਇਨ 2 ਕੋਰਸਿਸ ਓਨਲੀ। ਜਿਹਦੇ ਵਿੱਚ ਸਪਾਊਸ ਜਾਏਗਾ ਉਹਦੇ ਵਿੱਚ ਕਿਡ ਜਾ ਸਕਦਾ ਨਾਲ ਜੀ। ਸੋ ਯੂਕੇ ਦੇ ਵਿੱਚ ਰਾਈਟ ਨਾਓ ਫੋਰ ਐਗਜ਼ਾਮਪਲ ਜੇ ਕਿਸੇ ਨੇ ਕਾਮਰਸ ਕੀਤੀ ਹੋਈ ਹੈ, ਸੋ ਉਹਦੇ ਲਈ ਕਿੰਨੀਆਂ ਜ਼ਿਆਦਾ ਆਪਸ਼ਨਸ ਆ, ਚਾਹੇ ਉਹ 12th ਪਾਸ ਬੱਚਾ, ਚਾਹੇ ਉਹਨੇ ਬੈਚਲਰਸ ਕੀਤੀ ਹੈਗੀ, ਮਾਸਟਰਸ ਲਈ ਜਾਣਾ, ਉਹਦੇ ਕੋਲ ਕਿੰਨੀਆਂ ਵਧੀਆ ਆਪਸ਼ਨਸ ਹੈਗੀਆਂ, ਕਿਹੜੀਆਂ ਆਪਸ਼ਨਸ ਹੈਗੀਆਂ ਯੂਕੇ ਦੇ ਵਿੱਚ? ਯੂਕੇ ਦੇ ਵਿੱਚ ਦੇਖੋ ਕਾਮਰਸ ਕੀਤੀ ਹੈ ਬੱਚੇ ਨੇ, ਬਿਜ਼ਨਸ ਮੈਨੇਜਮੈਂਟ ਹੋ ਗਿਆ, ਇਕਨੋਮਿਕਸ, ਫਾਈਨਾਂਸ ਤੋਂ ਰਿਲੇਟਡ ਇਹ ਕੋਰਸਿਸ ਹੈਗੇ ਆ ਜੀ। ਦੈਨ ਪਾਥਵੇ ਆਪਸ਼ਨਸ ਆ, ਅਗਰ ਕਿਸੇ ਨੇ ਸਟਰੀਮ ਵੀ ਸਵਿਚ ਕਰਨੀ ਹੈ, ਕਿਸੇ ਦਾ ਪਲਾਨ ਬਣ ਜਾਂਦਾ ਤਾਂ ਉਹ ਸਵਿਚ ਕਰਕੇ ਫਾਊਂਡੇਸ਼ਨ ਲੈ ਕੇ ਜਾ ਸਕਦਾ ਜੀ। ਸੋ ਸੇਮ ਐਜ਼ ਇਟ ਇਜ਼ ਇਨ ਮੈਡੀਕਲ ਦੇ ਲਈ ਜਿਹੜਾ ਬੱਚਾ 12th ਪਾਸ ਆ ਐਂਡ ਉਹਨੇ ਮੈਡੀਕਲ ਦੇ ਵਿੱਚ ਆਪਣੀ 12th ਕੀਤੀ ਹੈ ਤੇ ਹੁਣ ਉਹ ਯੂਕੇ ਜਾਣਾ ਚਾਹੁੰਦਾ, ਉਹਦੇ ਲਈ ਕਿਹੜੇ ਕੋਰਸਿਸ ਬੈਟਰ ਨੇ ਤੇ ਉਹਦੇ ਲਈ ਕੀ ਓਪਰਚੁਨਿਟੀਜ਼ ਨੇ? ਸਰ ਨਰਸਿੰਗ ਦਾ ਪ੍ਰੋਗਰਾਮ ਹੈ ਜੀ, ਐਂਡ ਜੋ ਕਿ ਮੋਸਟ ਡਿਮਾਂਡਿੰਗ ਹੈ, ਠੀਕ ਹੈ ਜੀ। ਐਂਡ ਉਹਦੇ ਵਿੱਚ ਸਮਟਾਈਮਸ ਇਹ ਹੋ ਜਾਂਦਾ ਹੈ ਕਿ ਮੈਥਸ ਦੀ ਰਿਕੁਆਇਰਮੈਂਟ ਆ ਜਾਂਦੀ ਹੈ, ਬਟ ਯੂਨੀਵਰਸਿਟੀਜ਼ ਮੈਥਸ ਦਾ ਐਡੀਸ਼ਨਲ ਟੈਸਟ ਵੀ ਲੈਂਦੀਆਂ। ਉਹਦੇ ਵਿੱਚ ਬੇਸਿਕ ਐਲਜੈਬਰਾ ਟਾਈਪਸ ਇਹ ਸਭ ਚੀਜ਼ਾਂ ਹੀ ਹੁੰਦੀਆਂ, ਜਿਵੇਂ 10th ਦਾ ਬੇਸਿਕ ਮੈਥ, ਤਾਂ ਬੱਚੇ ਉਸ 'ਚ ਵੀ ਘਬਰਾ ਜਾਂਦੇ ਆ, ਕਿਉਂਕਿ ਦੇਖੋ ਮੈਥ ਨਾਲ ਬਾਇਓ ਬੱਚਾ ਨਹੀਂ ਸਟੱਡੀ ਕਰ ਸਕਦਾ। ਅੱਧੇ ਸਟੂਡੈਂਟਸ ਤਾਂ ਮੈਥ ਤੋਂ ਬਚਣ ਲਈ ਬਾਇਓ ਲੈਂਦੇ ਆ, ਠੀਕ ਹੈ। ਸੋ ਇਸ ਕਰਕੇ ਕਿ ਅਗਰ ਬੱਚੇ ਨੂੰ ਨਰਸਿੰਗ ਕਰਨੀ ਹੈ, ਮੈਥਸ ਦੀ ਰਿਕੁਆਇਰਮੈਂਟ ਹੈ, ਯੂਨੀਵਰਸਿਟੀ ਇੱਕ ਫ੍ਰੀ ਆਫ ਕਾਸਟ ਟੈਸਟ ਮੈਥ ਦਾ ਵੀ ਆਫਰ ਕਰਦੀ ਆ, ਬੱਚਾ ਉਹ ਵੀ ਕਲੀਅਰ ਕਰ ਸਕਦਾ ਹੈ। ਦੈਨ ਸਾਈਕੋਲੋਜੀ ਦੇ ਪ੍ਰੋਗਰਾਮ ਹੈਗੇ ਆ, ਐਂਡ ਨਰਸਿੰਗ ਵੀ ਕਾਫੀ ਟਾਈਪਸ ਦੀਆਂ ਹੈ ਜੀ, ਅਡਲਟ ਨਰਸਿੰਗ, ਚਾਈਲਡ ਨਰਸਿੰਗ, ਉਸ ਅਕੋਰਡਿੰਗ ਹੋ ਗਿਆ। ਸੋਸ਼ਲ ਵਰਕ ਵੀ ਸਮਟਾਈਮਸ ਬੱਚੇ ਆਪਟ ਕਰ ਲੈਂਦੇ ਨੇ, ਫਿਜ਼ੀਓਥੈਰੇਪੀ ਹੈ, ਓਕੂਪੇਸ਼ਨਲ ਹੈਲਥ ਹੈ, ਸੋ ਡਿਫਰੈਂਟ ਟਾਈਪਸ ਆਫ ਪ੍ਰੋਗਰਾਮਸ ਆਤੇ ਹੈ, ਬਾਇਓਮੈਡੀਕਲ ਸਾਇੰਸਿਸ ਹੈ, ਕੈਮਿਸਟਰੀ ਤੋਂ ਰਹਿ ਕੇ ਹੈ, ਸੋ ਇਸ ਟਾਈਪ ਦੇ ਕੋਰਸਿਸ ਬੱਚਾ ਲੈ ਸਕਦਾ। ਸੋ ਜਿਹੜੇ ਬੱਚੇ ਨੇ ਨਾਨ ਮੈਡੀਕਲ ਕੀਤੀ ਹੈ ਉਹਦੇ ਲਈ ਕਿਹੜੀਆਂ ਆਪਸ਼ਨਸ, ਤੇ ਇੱਕ ਆਪਾਂ ਇਸ ਤੋਂ ਬਾਅਦ ਗੱਲ ਕਰਾਂਗੇ ਰੀਜਨਲ ਏਰੀਆਜ਼ ਦੀ। ਸੋ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਰਾਈਟ ਨਾਓ ਨਾਨ ਮੈਡੀਕਲ ਬੱਚੇ ਲਈ ਕਿੰਨੇ ਜ਼ਿਆਦਾ ਆਪਸ਼ਨਸ ਆ ਇਨ ਯੂਕੇ? ਸੋ ਨਾਨ ਮੈਡੀਕਲ ਲਈ ਤਾਂ ਐਂਪਲ ਆਫ ਆਪਸ਼ਨਸ ਆ, ਓਕੇ, ਠੀਕ ਹੈ ਜੀ। ਉਹਦੇ ਲਈ ਇਹ ਆ ਕਿ ਬੱਚਾ ਬਿਜ਼ਨਸ ਲਈ ਵੀ ਜਾ ਸਕਦਾ। ਚਲੋ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ। ਸੋ ਟੈਕਨੋਲੋਜੀ ਦੇ ਵਿੱਚ AI, ਡੇਟਾ ਸਾਇੰਸ, ਸੌਫਟਵੇਅਰ ਇੰਜੀਨੀਅਰਿੰਗ, ਕੰਪਿਊਟਰ, ਮਕੈਨੀਕਲ, ਦੈਨ ਕੰਸਟਰਕਸ਼ਨ, ਉਹੀ 4-5 ਸਟਰੀਮਸ ਆ, ਬਟ ਅੱਗੇ ਇਲੈਬੋਰੇਟ ਹੁੰਦੀਆਂ ਰਹਿੰਦੀਆਂ। ਉਹ ਫਾਰਮੇਸੀ ਹੋ ਗਿਆ, ਠੀਕ ਹੈ ਜੀ। ਸੋ ਇਹ ਸਟੂਡੈਂਟਸ ਲਈ ਜੋ ਹੈ ਕਿ ਵੈਰਾਈਟੀ ਆਫ ਆਪਸ਼ਨਸ ਹੈ ਜੀ। ਤੁਸੀਂ AI ਦੀ ਗੱਲ ਕੀਤੀ, ਹੁਣ ਕਰੰਟਲੀ ਜੋ ਸਟੂਡੈਂਟ ਯੂਕੇ ਦੀ ਕੁਐਰੀ ਕਰਨ ਆਉਂਦੇ ਆ, ਚਾਹੇ ਉਹ ਕਿਸੇ ਵੀ ਬੈਕਗ੍ਰਾਉਂਡ ਤੋਂ ਆ, ਉਹ ਕੀ AI ਕੋਰਸਿਸ ਦੇ ਲਈ ਖੁਦ ਪੁੱਛਦੇ ਆ ਜਾਂ ਇੰਟਰਸਟਿਡ ਹੈਗੇ ਨੇ? ਖੁਦ ਸਰ, ਖੁਦ। ਜਿਹੜਾ ਵੀ ਬੱਚਾ ਮੇਰੇ ਕੋਲ, ਚਾਹੇ ਉਹ ਮਾਸਟਰ ਲਈ ਆਉਂਦਾ ਹੈ, ਜਿਵੇਂ BCA ਕੀਤੀ ਹੈ ਜਾਂ BTech ਕੀਤੀ ਹੈ, ਕਿ ਮੈਨੂੰ AI ਦਿਲਵਾ ਦਿਓ, ਕਿਉਂਕਿ ਦੇਖੋ ਅੱਜ ਦੇ ਟਾਈਮ 'ਚ ਜਿਹੜਾ ਬੂਮ ਹੈ ਨਾ, ਉਹ AI ਦਾ ਹੀ ਹੈ ਜੀ, ਠੀਕ ਹੈ ਜੀ। ਉਹ ਐਰਾ ਹੀ AI ਦਾ ਚੱਲ ਰਿਹਾ, ਔਰ ਇਹ ਹਾਲੇ ਸਟਾਰਟ ਹੋਇਆ।
ਜੀ ਸੋ ਆਉਣ ਵਾਲੇ 10-15 ਇਅਰਸ ਸੋਚੋ ਇਹ ਕਿੱਥੇ ਤੱਕ ਜਾਣੀ ਹੈ ਚੀਜ਼। ਜੀ ਸੋ ਸਟੂਡੈਂਟ ਚਾਹੁੰਦਾ ਹੈ ਕਿ ਮੇਰੀ ਐਕਸਪਰਟੀਜ਼ ਹੋਣ ਉਹ AI ਦੇ ਵਿੱਚ ਹੀ ਹੋਣ, ਜੀ। ਸੋ ਦੈਟ ਅੱਗੇ ਉਹਨੂੰ ਵੀ ਹੈਲਪ ਕਰੇਗਾ ਗਰੋ ਕਰਨ 'ਚ, ਔਰ ਫਿਊਚਰ ਐਕਚੁਅਲੀ ਬ੍ਰਾਈਟ ਹੈ ਇਸ 'ਚ। ਜੀ ਜੀ। ਸੋ ਅਸੀਂ ਗੱਲ ਕਰ ਰਹੇ ਸੀ ਰੀਜਨਲ ਏਰੀਆਜ਼ ਬਾਰੇ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸਟੇਟਸ ਸਿਟੀਜ਼ ਨੇ, ਜਿੱਦਾਂ ਫੋਰ ਐਗਜ਼ਾਮਪਲ ਲੰਡਨ ਆ, ਬਰਮਿੰਗਮ ਹੈ, ਲੀਡਸ ਆ, ਕੋਵੈਂਟਰੀ ਆ। ਸੋ ਇਹ ਤਾਂ ਸਿਟੀਜ਼ ਦੇ ਵਿੱਚ ਬੱਚਾ ਜਾਂਦਾ ਹੀ ਜਾਂਦਾ। ਇਸ ਤੋਂ ਇਲਾਵਾ ਜੇ ਰੀਜਨਲ ਏਰੀਆ ਜਾਂਦਾ ਉੱਥੇ ਬੱਚੇ ਲਈ ਬੈਨੀਫਿਟਸ ਕੀ ਨੇ? ਸੋ ਬੈਨੀਫਿਟਸ ਇਹ ਆ ਕਿ ਅਕੋਮੋਡੇਸ਼ਨ ਥੋੜਾ ਜਿਹਾ ਕਾਸਟ ਕਟਿੰਗ ਹੋ ਜਾਂਦੀ ਆ ਜੀ। ਜੌਬ ਆਪਸ਼ਨਸ ਲਿਮਿਟਿਡ ਰਹਿ ਜਾਂਦੇ ਆ, ਬਟ ਜੀ। ਅੱਛੇ ਆਪਸ਼ਨ ਆ, ਵੇਜ ਰੇਟ ਅੱਛਾ ਮਿਲ ਜਾਂਦਾ ਬੱਚੇ ਜੀ, ਨੂੰ, ਕੰਮ ਜੀ। ਈਜ਼ੀਲੀ ਮਿਲ ਜਾਂਦਾ, ਮਤਲਬ ਕੰਪੀਟੀਟਿਵ ਨਹੀਂ ਹੁੰਦਾ ਉੱਥੇ ਜਾ ਕੰਪੀਟੀਟਿਵ ਨਹੀਂ ਹੁੰਦਾ। ਜੀ। ਬੇਸਿਕਲੀ ਸਟੂਡੈਂਟ ਫੇਸ ਕੀ ਕਰਦਾ ਉੱਥੇ ਜਾ ਕੇ, ਜਿਵੇਂ ਲੰਡਨ ਆ, ਜੀ। ਨੋ ਡਾਊਟ ਇਟਸ ਅ ਹਬ। ਜੀ। ਸਾਰੇ ਬੱਚਿਆਂ ਦੀ ਪ੍ਰੈਫਰੈਂਸ ਡ੍ਰੀਮ ਡੈਸਟੀਨੇਸ਼ਨ ਹੀ ਜੀ। ਐਗਜ਼ੈਕਟਲੀ ਹੁੰਦੀ ਹੈ, ਬੱਚਾ ਸੁਪਨਾ ਤਾਂ ਲੰਡਨ ਦਾ ਹੀ ਲੈ ਕੇ ਜੀ, ਆਉਂਦਾ, ਜੀ। ਠੀਕ ਹੈ, ਬਟ ਸਮ ਟਾਈਮਸ ਕਈ ਵਾਰੀ ਨਹੀਂ ਅਲਾਉ ਕਰਦਾ ਹੈ ਨਾ ਸਿਸਟਮ ਉਹਨੂੰ, ਤਾਂ ਇਸ ਕਰਕੇ ਉਹ ਬੱਚਾ ਸਵਿਚ ਕਰ ਲੈਂਦਾ ਅਦਰ ਡੈਸਟੀਨੇਸ਼ਨਸ। ਬਟ ਨੋ ਜੀ। ਵਰੀਜ਼, ਉੱਥੇ ਐਕਸਪਲੋਰ ਜਿਹੜਾ ਹੈਗਾ ਬੱਚੇ ਨੂੰ ਓਨਾ ਹੀ ਕਰਨਾ ਜਿਹੜਾ ਐਕਸਪਲੋਰ ਆਪਸ਼ਨਸ ਨੇ ਉਹ ਉਨੀਆਂ ਹੀ ਅਵੇਲੇਬਲ ਨੇ, ਯੂਨੀਵਰਸਿਟੀਜ਼ ਉਨੀਆਂ ਹੀ ਹਾਈ ਨੇ, ਉਨੀਆਂ ਹੀ ਟੌਪ ਨੌਚ ਹੈ। ਇਹ ਨਹੀਂ ਆ ਕਿ ਸਾਰੀਆਂ ਜਿਹੜੀਆਂ ਟੌਪ ਨੌਚ ਯੂਨੀਵਰਸਿਟੀਜ਼ ਆ ਉਹ ਇੰਗਲੈਂਡ ਦੇ ਵਿੱਚ ਹੀ ਆ। ਸੋ UK ਇਟਸੈਲਫ ਡਿਵਾਈਡਡ ਇਨਟੂ 4 ਨੇਸ਼ਨਸ। ਜੀ। ਇੰਗਲੈਂਡ ਹੋ ਗਿਆ, ਨਾਰਦਰਨ ਆਇਰਲੈਂਡ, ਐਂਡ ਦੈਨ ਸਕਾਟਲੈਂਡ, ਵੇਲਸ। ਸੋ 4 ਨੇਸ਼ਨਸ ਨੇ UK ਦੇ। ਸਿਰਫ ਬੱਚਿਆਂ ਦੀ ਕੀ ਹੁੰਦੀ ਹੈ ਵਿਜ਼ਨ, ਕੀ ਹੈ, ਲੰਡਨ ਜਾਣਾ, ਇੰਗਲੈਂਡ ਨੇਸ਼ਨ, ਬਸ ਉਹਨਾਂ ਨੂੰ ਇਹੀ ਪਤਾ ਹੈ ਕਿ UK ਮੀਨਸ ਲੰਡਨ ਨਹੀਂ। ਬਟ ਅੱਜ ਕੱਲ੍ਹ ਲੋਕਾਂ 'ਚ ਕਾਫੀ ਅਵੇਅਰਨੈਸ ਆ, ਲੋਕ ਇਨਫੈਕਟ ਬੱਚੇ ਖੁਦ ਹੀ ਆਪਣੀ ਡੈਸਟੀਨੇਸ਼ਨ ਜਿਹੜੀ ਹੈਗੀ ਫਾਈਂਡ ਆਊਟ ਕਰਕੇ ਆਉਂਦੇ ਆ। ਜਿਵੇਂ ਸਕਾਟਲੈਂਡ 'ਚ ਗਲਾਸਗੋ 'ਚ ਪ੍ਰੈਫਰ ਕਰਦਾ ਬੱਚਾ, ਡੰਡੇ ਚਲਾ ਜਾਂਦਾ ਹੈ, ਐਂਡ ਵੇਲਸ ਕਾਰਡਿਫ ਹੈ, ਠੀਕ ਹੈ, ਬੈਲਫਾਸਟ ਹੈ, ਉੱਥੇ ਵੀ ਯੂਨੀਵਰਸਿਟੀਜ਼ ਅਗੇਨ ਪਬਲਿਕ ਆ, ਰਿਸਰਚ ਰਸਲ ਗਰੁੱਪ ਯੂਨੀਵਰਸਿਟੀਜ਼ ਬੇਸਡ ਆ, ਉੱਥੇ ਵੀ ਸਟੂਡੈਂਟ ਪ੍ਰੈਫਰ ਕਰਦਾ ਹੈ। ਕਾਸਟ ਕਟਿੰਗ ਆ, ਟਰੈਵਲ ਐਕਸਪੈਂਸਿਸ ਘੱਟ ਹੈ, ਸਟੂਡੈਂਟ ਜਿਹੜਾ ਹੈਗਾ ਯੂਨੀਵਰਸਿਟੀ ਅਕੋਮੋਡੇਸ਼ਨ ਦੇ ਚਾਰजेस ਘੱਟ ਪੈਂਦੇ ਆ, ਬੈਨੀਫਿਟ ਹੈ। ਹਾਂਜੀ। ਇਨਸਾਈਡ ਯੂਨੀਵਰਸਿਟੀ ਕੈਂਪਸ ਜੌਬਸ ਮਿਲ ਜਾਂਦੀਆਂ ਕਿਉਂਕਿ ਸਟੂਡੈਂਟ ਸਟਰੈਂਥ ਘੱਟ ਹੈ, ਐਕਸਪਲੋਜ਼ਰ ਜ਼ਿਆਦਾ ਮਿਲਦਾ। ਹੁਣ ਦੇਖੋ ਤੁਸੀਂ, ਅਗਰ ਮੈਂ ਬਰਮਿੰਗਮ ਦੀ ਗੱਲ ਕਰਾਂ, ਸਾਰੇ ਪੰਜਾਬੀ, ਲੰਡਨ ਆਲਮੋਸਟ ਪੰਜਾਬੀ, ਤਾਂ ਅਗਰ ਤੁਸੀਂ ਆਊਟਸਾਈਡ ਕੈਂਪਸਿਸ ਜਾਓਗੇ ਜਾਂ ਆਊਟਸਾਈਡ ਜ਼ਿਆਦਾ ਐਕਸਪਲੋਰ ਕਰ ਪਾਓਗੇ, ਜ਼ਿਆਦਾ ਐਕਸਪਲੋਰ ਥੋੜਾ ਆਪਣੀ ਕਮਿਊਨਿਟੀ 'ਚ ਜ਼ਿਆਦਾ ਨਾ ਰਹੋ, ਬ੍ਰਿਟਿਸ਼ ਐਕਸਪੋਜ਼ਰ ਵੀ ਮਿਲੂਗਾ ਨਾ। ਜੀ ਬਿਲਕੁਲ ਬਿਲਕੁਲ। ਮੰਨ ਲਓ ਮੈਂ ਇੱਕ ਐਜ਼ ਅ ਸਟੂਡੈਂਟ ਅੱਜ ਲੈਂਡਮਾਰਕ ਕੋਲ ਆਇਆ, ਮੈਂ 12th ਪਾਸ ਕੀਤੀ ਹੋਈ ਹੈ, ਮੈਨੂੰ ਸਿਰਫ ਇੰਨਾ ਪਤਾ ਆ ਕਿ ਮੈਂ ਇੰਗਲੈਂਡ ਜਾਣਾ, ਐਂਡ ਮੈਂ ਉਹਦੇ ਵਿੱਚ ਕਾਮਰਸ ਸਟਰੀਮ ਆ ਮੇਰੀ, ਮੈਨੂੰ ਇੰਨਾ ਨਹੀਂ ਪਤਾ, ਉੱਥੇ ਬਾਰੇ ਨਹੀਂ ਜਾਣਕਾਰੀ ਹੈਗੀ। ਹੁਣ ਲੈਂਡਮਾਰਕ ਮੈਨੂੰ ਕਿੱਦਾਂ ਡੀਲ ਕਰੇਗਾ? ਸੋ ਫਸਟ ਆਫ ਆਲ ਦੇਖੋ, ਮੈਂ ਤੁਹਾਡੇ ਨਾਲ ਥੋੜਾ ਜਿਹਾ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰਾਂਗੀ। ਇਟਸ ਨਾਟ ਅਬਾਊਟ ਕਿ ਤੁਸੀਂ ਆਏ ਮੈਂ ਡਾਇਰੈਕਟਲੀ ਪੁੱਛਣਾ ਸ਼ੁਰੂ ਕਰਦਾ, ਅੱਛਾ ਇਹ ਪ੍ਰੋਸੈਸ ਹੈ। we will like build a good communication with the student first, so that ਬੱਚੇ ਨੂੰ ਕੰਫਰਟੇਬਲ ਕਰੀਏ, ਠੀਕ ਹੈ। ਬੱਚੇ ਤੋਂ ਮੈਂ ਇਹ ਪੁੱਛਾਂ, ਜਿਵੇਂ ਹੁਣ ਚਲੋ ਤੁਹਾਡਾ ਐਗਜ਼ਾਮਪਲ ਹੈ ਨਾ, ਸੋ why you want to go UK? because I want to get ਐਕਸਪਲੋਰ ਕਰਨਾ, ਇਹੀ ਕਹਿ ਲਓ, ਹੈ ਨਾ। ਸੋ ਦੇਖੋ ਸਟੂਡੈਂਟ ਦਾ ਵੀ ਇਹੀ ਹੁੰਦਾ ਕਿ ਉਹਦੇ ਕੋਲ ਬਿਲਕੁਲ ਕੁਐਸਚਨ ਮਾਰਕ ਹੁੰਦਾ ਉਹਦੇ ਫੇਸ ਤੇ, ਜਦੋਂ ਮੈਂ ਉਹਨੂੰ ਇਹ ਕੁਐਸਚਨ ਪੁੱਛਦੀ ਹਾਂ, ਜਿੱਦਾਂ ਮੇਰੇ ਤੇ ਆ ਗਿਆ, ਫਿਰ ਮੈਂ ਉਹਨੂੰ ਥੋੜੀ ਜਿਹੀ ਕਲੀਅਰ ਪਿਕਚਰ ਦਿਖਾਉਂਦੀ ਹਾਂ, ਲਾਈਕ ਕਿ ਚਲੋ ਪਹਿਲੀ ਗੱਲ ਤੁਹਾਡਾ ਇੰਟਰਸਟ ਕਿਸ ਚੀਜ਼ 'ਚ, ਚਲੋ ਉਹ ਤਾਂ ਉਹਨੇ ਨਾਨ ਮੈਡੀਕਲ ਕੀਤਾ, PCM ਪੜ੍ਹਿਆ ਹੀ ਹੈ, ਫਿਜ਼ਿਕਸ ਕੈਮਿਸਟਰੀ ਮੈਥ। ਹੁਣ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦਾ ਐਗਜ਼ੈਕਟਲੀ ਉਹਨੇ ਸਟੱਡੀ ਕੀ ਕਰਨਾ ਹੈ, ਕਿਸ ਚੀਜ਼ 'ਚ ਉਹਦਾ ਹੋਲਡ ਅੱਛਾ ਹੈ। ਚਲੋ ਜੀ ਉਹਨੇ ਕਹਿਤਾ ਜੀ ਮੈਂ ਟੈਕਨੋਲੋਜੀ ਤਰਫ ਜਾਣਾ, ਠੀਕ ਹੈ, ਮੈਂ ਕੰਪਿਊਟਰ ਸਾਇੰਸ ਪੜ੍ਹਨੀ ਆ। ਹੁਣ ਕੰਪਿਊਟਰ ਸਾਇੰਸ 'ਚ ਅੱਗੇ ਮੈਂ ਉਹਨੂੰ ਆਪਸ਼ਨਸ ਦੱਸਦੇ, ਉਹ ਡੇਟਾ ਸਾਇੰਸ 'ਚ ਚਲਾ ਜਾਵੇ, ਉਹ AI 'ਚ ਚਲਾ ਜਾਵੇ, ਦੈਨ ਸੌਫਟਵੇਅਰ 'ਚ ਹੈ। ਹੁਣ ਉਹ ਬੱਚਾ ਸਟੂਡੈਂਟ ਮੈਨੂੰ ਇਹ ਬੋਲਦਾ ਮੈਮ ਕੋਡਿੰਗ, ਡਰਦੇ ਆ ਬੱਚੇ, ਕੋਡਿੰਗ ਨਹੀਂ ਕਰਨੀ। ਦੇਖੋ ਬੇਸਿਕ ਕੋਡਿੰਗ ਤਾਂ ਕਰਨੀ ਪਏਗੀ, ਹਾਂ ਬੇਸਿਕ ਜਿਹੀਆਂ ਚੀਜ਼ਾਂ, ਹੈ ਨਾ। ਇਹੀ ਮੈਂ ਸਟੂਡੈਂਟ ਨੂੰ ਰਿਕਮੈਂਡ ਵੀ ਕਰ ਦਿੰਦੀ ਹਾਂ ਕਿ ਜਦੋਂ ਤੱਕ ਤੁਹਾਡਾ ਪ੍ਰੋਸੈਸ ਚੱਲ ਰਿਹਾ, ਤੁਸੀਂ ਆਪਣਾ ਇੱਕ ਕੋਈ ਇੰਸਟੀਟਿਊਟ ਜੁਆਇਨ ਕਰ ਲਓ ਜਿੱਥੇ ਤੁਸੀਂ ਬੇਸਿਕ ਲਰਨਿੰਗ ਕਰ ਸਕੋ, ਸੋ ਦੈਟ ਤੁਹਾਡੇ ਲਈ ਈਜ਼ੀ ਹੋ ਜਾਏ ਉੱਥੇ ਜਾ ਕੇ, ਕਿਉਂਕਿ C++ ਇਹ ਤਾਂ ਤੁਹਾਨੂੰ ਵੀ ਪਤਾ ਸਰ, ਇਹ ਤਾਂ ਬਹੁਤ ਬੇਸਿਕ ਆ, ਠੀਕ ਹੈ ਜੀ। ਸੋ ਇਹ ਬੱਚੇ ਨੂੰ ਅੱਗੇ ਹੈਲਪ ਕਰੇਗਾ। ਇਨਫੈਕਟ ਅੱਜ ਦੇ ਟਾਈਮ 'ਚ ਸਕੂਲਸ ਵੀ ਇਹ ਚੀਜ਼ਾਂ ਐਡੀਸ਼ਨਲ ਲੈਂਗੁਏਜਿਸ ਨਾ ਪੜ੍ਹਾਉਣੀਆਂ ਸ਼ੁਰੂ ਕਰਤੀਆਂ ਸਕੂਲਾਂ ਨੇ ਵੀ, ਸੋ ਮੈਂ ਇੱਥੋਂ ਸ਼ੁਰੂ ਕਰਦੀ ਹਾਂ, ਠੀਕ ਹੈ ਜੀ। ਸੋ ਇਸ ਕਰਕੇ ਬੱਚਾ ਥੋੜਾ ਕੰਫਰਟੇਬਲ ਵੀ ਹੋ ਜਾਂਦਾ, ਉਹਦੇ ਨਾਲ ਇੰਟਰੈਕਸ਼ਨ ਵੀ ਹੋ ਜਾਂਦੀ ਕਿ ਐਗਜ਼ੈਕਟਲੀ ਵਾਟ ਸਟੂਡੈਂਟ ਵਾਂਟਸ, ਬਿਕਾਜ਼ ਵਾਟ we believe in not about ਕਿ ਬਈ ਬੱਚੇ ਨੂੰ ਪ੍ਰੋਗਰਾਮ ਜ਼ਬਰਦਸਤੀ ਦੇ ਦਿਓ, ਇਟਸ ਅਬਾਊਟ ਕਿ ਸਟੂਡੈਂਟ ਕੀ ਚਾਹੁੰਦਾ ਜੀ, ਠੀਕ ਹੈ। ਸੋ ਆਪਾਂ ਉਹਨੂੰ ਕੋਰਸ ਗਾਈਡੈਂਸ ਮਿਲ ਗਈ, ਫਿਰ ਆਪਾਂ ਉਹਨੂੰ ਸੁਜੈਸਟ ਕਰਦੇ ਹਾਂ ਯੂਨੀਵਰਸਿਟੀਜ਼। ਬੇਸਿਕਲੀ ਮੈਂ ਬੱਚੇ ਨੂੰ ਪੁੱਛਦੀ ਹਾਂ ਕਿ ਕਿੰਨਾ ਕੁ ਤੁਸੀਂ ਅਫੋਰਡ ਕਰ ਸਕਦੇ ਹੋ। ਸਟੂਡੈਂਟ ਦੀ ਰਿਕੁਆਇਰਮੈਂਟ ਹੋਵੇ 15 ਤੋਂ 20 ਲੱਖ ਰੁਪਇਆ ਸਾਲ ਦੀ ਇਨਵੈਸਟਮੈਂਟ, ਸਾਲ ਦਾ ਆਪਣੇ ਤੇ ਇਨਵੈਸਟ ਕਰਨ ਦਾ, ਬਟ ਮੈਂ ਉਹਨੂੰ ਦੇ ਦਾਂ 35 ਤੋਂ 40 ਲੱਖ ਵਾਲੀ ਯੂਨੀਵਰਸਿਟੀ, ਸੋ ਉਹ ਵੀ ਪੁੱਛਣਾ ਬਹੁਤ ਜ਼ਰੂਰੀ ਹੈ ਸਰ। ਅਪਲਾਈ ਕਰਾ ਦਾ, ਵੇਸਟੇਜ ਆਫ ਟਾਈਮ ਐਂਡ ਮਨੀ ਬੋਥ, ਰਾਈਟ। ਸੋ ਆਪਾਂ ਉਹਦੇ ਤੋਂ ਯੂਨੀਵਰਸਿਟੀ ਜਿਹੜਾ ਹੈਗਾ ਪ੍ਰੋਪਰ ਉਹਨੂੰ ਕਲੀਅਰ ਪਿਕਚਰ ਦਿਖਾਉਂਦੇ ਹਾਂ ਕਿ ਇਹ ਯੂਨੀਵਰਸਿਟੀ ਆ, ਇਹ ਰਿਕੁਆਇਰਮੈਂਟ ਆ, ਇਹ ਫੀਸ ਆ, ਸੋ ਦੈਟ ਅੱਗੇ ਜਿਹੜਾ ਹੈਗਾ ਦੈਨ
ਥੋੜੇ ਬਹੁਤ ਬੱਚੇ ਨੂੰ ਆਪਸ਼ਨਸ ਦਿੱਤੇ ਜਾਂਦੀ ਹੈ ਯੂਨੀਵਰਸਿਟੀਜ਼ ਨੂੰ ਲੈ ਕੇ ਜੀ, ਉਹਨੂੰ ਉਹਦੇ ਕੋਲ ਕਲੀਅਰ ਵਿਜ਼ਨ ਹੁੰਦਾ ਹੈ ਇਹ ਰਿਕੁਆਇਰਮੈਂਟ ਆਉਣਗੀਆਂ। ਹੁਣ ਰਿਕੁਆਇਰਮੈਂਟ ਦੀ ਮੈਂ ਗੱਲ ਕਰਾਂ ਬੇਸਿਕ, ਹਾਂਜੀ 12th ਸਟੂਡੈਂਟ ਲਈ ਐਕਚੁਅਲ ਚ ਅਕੈਡਮਿਕ ਰਿਕੁਆਇਰਮੈਂਟ ਕੀ ਹੈ ਜੀ। ਐਸ ਸੱਚ ਅਗਰ ਤੁਸੀਂ ਟੈਕਨੋਲੋਜੀ ਕੋਰਸ ਕੋਲ ਕਰਨ ਜਾਣਾ ਹੈ ਕੋਈ ਵੀ ਕੰਪਿਊਟਰ ਸਾਇੰਸ ਦਾ, ਹਾਂਜੀ। ਕੋਈ ਕੰਪੀਟੀਟਿਵ ਟੈਸਟ ਦੀ ਰਿਕੁਆਇਰਮੈਂਟ ਤਾਂ ਹੈ ਨਹੀਂ, ਜਿਵੇਂ ਯੂਐਸ ਨਹੀਂ GRE GMAT ਇਜ਼ ਫॉर ਮਾਸਟਰਸ ਓਨਲੀ ਫॉर MBA, ਜਿਵੇਂ ਕਿ SAT ACT ਇਹ USA ਜਨਰਲੀ ਲੈਂਦਾ, ਕੈਨੇਡਾ ਲੈਂਦਾ, ਬਟ ਇੱਥੇ ਅਜੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਅਗਰ ਤੁਸੀਂ ਕੰਪਿਊਟਰਸ ਕੋਰਸਿਸ ਲਈ ਜਾਣਾ। ਜਿਵੇਂ ਆਪਣੇ ਇੰਡੀਆ ਦੇ ਵਿੱਚ ਵੀ ਅਗਰ ਟੌਪ ਨੌਚ ਚ ਲੈਣਾ ਆਪਾਂ JEE ਮੇਨਸ JEE ਐਗਜ਼ਾਮਸ ਇਹ ਹੁੰਦੀਆਂ, ਉੱਥੇ ਨਹੀਂ ਹੈ, ਠੀਕ ਹੈ। ਸੋ ਇਹਦੇ ਵਿੱਚ ਆਪਾਂ ਨੂੰ ਜਿਹੜੀ ਰਿਕੁਆਇਰਮੈਂਟ ਹੈ ਮੇਨ ਉਹ ਦੈਟ ਇਜ਼ ਅਕੈਡਮਿਕ ਰਿਕੁਆਇਰਮੈਂਟ। ਅਕੈਡਮਿਕਲੀ ਬੱਚਾ ਬਹੁਤ ਸਟਰੋਂਗ ਹੋਣਾ ਚਾਹੀਦਾ, ਅਗਰ 80-90% ਹੈ ਤਾਂ ਬਹੁਤ ਅੱਛੀ ਯੂਨੀਵਰਸਿਟੀ ਸਕਾਲਰਸ਼ਿਪ ਅਗੇਨ ਉਹੀ ਅਕੈਡਮਿਕਲੀ ਬੇਸਡ ਸਕਾਲਰਸ਼ਿਪ ਅੱਛੀ ਮਿਲ ਜਾਏਗੀ ਜੀ, ਰਾਈਟ। ਸੈਕਿੰਡ ਪੁਆਇੰਟ ਆਉਂਦਾ ਹੈ ਤਾਂ ਹੋ ਗਿਆ ਅਕੈਡਮਿਕ ਰਿਕੁਆਇਰਮੈਂਟ। ਸੈਕਿੰਡ ਪੁਆਇੰਟ ਆਉਂਦਾ ਇੰਗਲਿਸ਼ ਦੀ, ਕਿਉਂਕਿ ਆਪਾਂ ਇੰਗਲਿਸ਼ ਸਪੀਕਿੰਗ ਕੰਟਰੀ 'ਚ ਜਾ ਰਹੇ ਹਾਂ, ਇੰਡੀਆ ਨੂੰ ਤਾਂ ਪ੍ਰੋਵਾਈਡ ਕਰਨਾ ਹੀ ਪਏਗਾ, ਬਿਲਕੁਲ। ਸੋ ਅਗਰ ਬੱਚਾ CBSE ICSE ਬੋਰਡ ਤੋਂ ਪਾਸ ਆਊਟ ਹੈ ਐਂਡ ਸਟੂਡੈਂਟ ਇਜ਼ ਹੈਵਿੰਗ 70% ਇਨ ਇੰਗਲਿਸ਼ ਸਬਜੈਕਟ ਦੇ ਵਿੱਚ, ਦੇ ਆਰ ਨਾਟ ਅਲਾਉਡ ਟੂ ਡੂ ਐਨੀ ਕਾਈਂਡ ਆਫ ਇੰਗਲਿਸ਼ ਪ੍ਰੋਫੀਸ਼ੀਐਂਸੀ IELTS ਜਾਂ PT ਦੀ ਲੋੜ ਨਹੀਂ, ਵੇਵਰ okay clearly universities waiver ਦਿੰਦੀਆਂ ਹੈ, student is from any region in India, ਠੀਕ ਹੈ ਜੀ। ਇਹ ਕਲੀਅਰ ਬੱਚੇ ਨੂੰ ਇਨਸਟਰਕਸ਼ਨ ਹੈ ਕਿ ਅਗਰ ਸਟੂਡੈਂਟ CBSE ਸਪੈਸੀਫਿਕਲੀ ICSE ਬੋਰਡ ਤੋਂ ਜੀ, ਐਂਡ ਸਟੇਟ ਬੋਰਡਸ ਲਈ ਵੀ ਆਪਣੇ ਕੋਲ ਆਪਸ਼ਨਸ ਹੈ, ਅਗਰ ਕੋਈ ਪੰਜਾਬ ਹਰਿਆਣਾ ਬੋਰਡ ਦਾ ਵੀ ਹੈ ਸਟਿਲ ਦੇ ਕੈਨ ਕੰਟੈਕਟ, ਬਟ ਇਹ ਆਪਾਂ ਇੱਕ ਬੇਸਿਕ ਜੀ ਰਿਕੁਆਇਰਮੈਂਟ ਦੀ ਗੱਲ ਕਰਦੇ ਹਾਂ। ਦੈਨ ਆਉਂਦਾ ਹੈ ਸਰ ਆਪਣਾ ਫੰਡਸ ਦੀ ਰਿਕੁਆਇਰਮੈਂਟ। ਦੇਖੋ ਜਿਵੇਂ ਬੱਚੇ ਦੀ ਅਕੈਡਮਿਕਲੀ ਆਪਾਂ ਅਕੈਡਮਿਕਸ ਲੈ ਲਏ, ਪਾਸਪੋਰਟ ਲੈ ਲਿਆ, 10th 12th ਲੈ ਲਿਆ, ਦੈਨ ਇੰਗਲਿਸ਼ ਵੇਵਰ ਮਿਲ ਗਿਆ ਸਟੂਡੈਂਟ ਨੂੰ, ਸਪੋਜ਼ 70% ਹੈਗੇ ਇੰਗਲਿਸ਼ 'ਚ, ਤੁਹਾਡੇ ਹੀ 70% ਹੈ ਤਾਂ ਤੁਹਾਡਾ ਵੇਵਰ ਹੋ ਗਿਆ। ਦੈਨ ਉਸ ਤੋਂ ਬਾਅਦ ਆਉਂਦਾ ਹੈ ਆਪਣਾ ਫੰਡਸ ਦੀ ਰਿਕੁਆਇਰਮੈਂਟ। ਫੰਡਸ ਕਿੰਨੇ ਹੁੰਦੇ ਆ? ਸੋ ਯੂਨੀਵਰਸਿਟੀ ਦੀ ਫੀਸ ਅਪਰੋਕਸੀਮੇਟਲੀ ਚਲੋ ਮੈਂ 15 lakhs ਲਗਾ ਲੈਂਦੀ ਹਾਂ, ਠੀਕ ਹੈ। 1 year ਦੀ ਫੀਸ ਇਜ਼ ਲਾਈਕ 15 lakhs, ਐਂਡ ਦੈਨ ਸ਼ੋ ਮਨੀ ਇਜ਼ ਕੈਟੇਗਰਾਈਜ਼ਡ ਇਨਟੂ 2 parts। ਫਰਸਟ ਇਜ਼ ਇਨਰ ਲੰਡਨ, ਸੈਕੰਡ ਇਜ਼ ਆਊਟਰ ਲੰਡਨ। ਸੋ ਇਹਦੇ ਵਿੱਚ ਵੀ ਬੜਾ ਕਨਫਿਊਜ਼ਨ ਹੁੰਦਾ ਬੱਚਿਆਂ ਨੂੰ ਕਿ ਇਨਰ ਚ ਕਿੰਨੇ ਚਾਹੀਦੇ ਆ, ਆਊਟਰ ਚ। ਇਨਰ ਚ ਦੇਖੋ ਤੁਸੀਂ ਲੰਡਨ ਜਾ ਰਹੇ ਹੋ, ਥੋੜਾ ਜਿਹਾ ਐਕਸਪੈਂਸਿਵ ਆ, ਸੋ ਉਹਦੇ ਲਈ ਆਪਾਂ ਨੂੰ ਸ਼ੋ ਮਨੀ ਕਰਨੀ ਆ 16 lakhs ਅਪਰੋਕਸ। ਐਂਡ ਅਗਰ ਆਪਾਂ ਆਊਟਰ ਲੰਡਨ ਹੈ, ਐਨੀ ਪਾਰਟ ਆਫ ਇੰਗਲੈਂਡ, ਐਨੀ ਪਾਰਟ ਆਫ ਸਕਾਟਲੈਂਡ, ਐਨੀ ਪਾਰਟ ਆਫ ਦੀ ਅਦਰ ਨੇਸ਼ਨਸ, ਅਦਰ 2 nations, ਉਹਦੇ ਵਿੱਚ ਆਪਣੇ 12 ਲੱਖ ਰੁਪਏ ਦੇ ਅਰਾਊਂਡ ਹੋਏਗੀ ਜੀ। 12 ਤੋਂ 13 ਲੱਖ ਰੁਪਏ, 12 ਲਗਾ ਲਓ, ਮਤਲਬ 12 ਤੋਂ 16 ਦੇ ਵਿੱਚ ਜੀ। ਅਗਰ ਆਪਾਂ ਆਊਟਰ ਲੰਡਨ ਆ 12, ਇਨਰ ਲੰਡਨ ਆ ਤਾਂ 16 ਜੀ, ਠੀਕ ਹੈ। ਰੈਸਟ ਆਪਣੀ ਇੱਕ ਹੋਏਗਾ ਇੰਸ਼ੋਰੈਂਸ, ਜਿਹਦੀ ਅਵੇਅਰਨੈਸ ਬਹੁਤ ਘੱਟ ਆ ਬੱਚਿਆਂ ਨੂੰ ਕਿ ਇੰਸ਼ੋਰੈਂਸ ਐਗਜ਼ੈਕਟਲੀ ਹੁੰਦਾ ਕੀ ਹੈ। IHS ਬੋਲਦੇ ਆ ਇਹਨੂੰ। ਇਹ ਆਪਾਂ ਨੂੰ ਐਟ ਦ ਟਾਈਮ ਆਫ ਵੀਜ਼ਾ ਫਾਈਲਿੰਗ we need to pay this amount to the UK government। ਇਹ ਬੇਸਿਕਲੀ ਇੱਕ ਬੱਚੇ ਦੀ ਮੈਡੀਕਲ ਕਵਰੇਜ ਹੁੰਦੀ ਹੈ ਜੀ। this is compulsory for all the international students ਜੀ। ਵੀਜ਼ਾ ਲਗਵਾਉਣਾ ਹੈ, ਖਾਸ ਕਰ ਸਟੂਡੈਂਟ ਵੀਜ਼ਾ, ਤੇ ਇੰਸ਼ੋਰੈਂਸ ਚਾਹੀਦੀ ਹੈ for every visa। ਤੁਸੀਂ ਅੱਗੇ ਜਾ ਕੇ ਮੈਂਡੇਟਰੀ ਇੰਸ਼ੋਰੈਂਸ, ਉੱਥੇ ਦੀ ਮੈਡੀਕਲ ਕਵਰੇਜ ਆ ਸਰ। ਕੋਈ ਵੀ ਸਿਟੀਜ਼ਨ, ਕੋਈ ਵੀ ਕਿਸੇ ਕੰਟਰੀ ਦਾ ਸਿਟੀਜ਼ਨ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਚ ਮਾਈਗ੍ਰੇਟ ਕਰ ਰਿਹਾ ਹੈ, ਆਪਣਾ ਇੰਸ਼ੋਰੈਂਸ ਤਾਂ ਮੈਂਡੇਟਰੀ ਹੈ ਨਾ, ਮੈਡੀਕਲ ਕਵਰੇਜ ਤਾਂ ਬੱਚੇ ਨੂੰ ਚਾਹੀਦੀ ਹੈ। ਇਨਫੈਕਟ ਕੈਨੇਡਾ ਲਾ ਲਓ ਤੁਸੀਂ, ਕੈਨੇਡਾ ਉੱਥੇ ਜਾ ਕੇ ਬੱਚਾ ਕਰਵਾਉਂਦਾ ਹੈ, ਬਟ UK ਦਾ ਰੂਲ ਹੈ ਤੁਸੀਂ ਜਿੱਦਣ ਫਾਈਲ ਸਬਮਿਟ ਕਰੋਗੇ ਆਨਲਾਈਨ ਐਟ ਦ ਟਾਈਮ ਆਫ ਫਾਈਲ ਸਬਮਿਸ਼ਨ ਤੁਸੀਂ ਇੰਸ਼ੋਰੈਂਸ ਕਰਾਉਣਾ ਹੈ ਜੀ। Rest and this depends upon your course duration। ਅਗਰ ਤੁਸੀਂ 3 ਸਾਲ ਦੀ ਬੈਚਲਰ ਡਿਗਰੀ ਲਈ ਜਾ ਰਹੇ ਹੋ, it will cost you around 3 or 3.5 lakhs ਜੀ ਮੈਕਸਿਮਮ। ਐਂਡ ਅਗਰ ਤੁਸੀਂ ਮਾਸਟਰਸ ਲਈ ਜਾ ਰਹੇ ਹੋ 1 year, then it will cost you around 1.5 lakhs ਜੀ, 1.5 ਲੱਖ ਰੁਪਏ ਤੁਹਾਨੂੰ ਕੋਸਟ ਕਰੇਗਾ। ਸੋ ਇਹ ਹੈ। ਐਂਡ then there is a visa fees cost you around 62 to 65,000 ਜੀ, ਠੀਕ ਹੈ ਜੀ। ਸੋ ਇਹ ਓਵਰਆਲ ਸਟੈਪ ਬਾਈ ਸਟੈਪ ਕੰਪਲੀਟ ਐਕਸਪੈਂਸਿਸ ਹੈ। ਇਸ ਤੋਂ ਔਰ ਇੱਕ TB ਮੈਡੀਕਲ ਜੀ 3,000-2,500 ਦਾ ਹੁੰਦਾ ਹੈ ਜੀ। ਸੋ ਇਹ ਮੈਂ ਤੁਹਾਨੂੰ ਇੰਡੀਅਨ ਕਰੰਸੀ ਦੇ ਵਿੱਚ ਅਮਾਊਂਟ ਦੱਸੀ ਆ, 15 ਲੱਖ ਰੁਪਏ ਫੀਸ, ਠੀਕ ਹੈ। 12 ਵੀ ਹੋ ਸਕਦੀ ਹੈ, 11 ਵੀ ਹੋ ਸਕਦੀ ਹੈ। ਇਟਸ ਵੈਰੀ ਟੂ ਕੋਰਸ ਟੂ ਕੋਰਸ ਵੇਰੀ ਕਰਦਾ, ਕੋਰਸ ਟੂ ਕੋਰਸ, ਯੂਨੀਵਰਸਿਟੀ ਟੂ ਯੂਨੀਵਰਸਿਟੀ। ਸਕਾਲਰਸ਼ਿਪ ਵੀ ਮਿਲਦੀ ਹੈ ਸਰ ਜੀ। ਸਕਾਲਰਸ਼ਿਪ ਮਿਲਾ ਕਿਸੇ 15 ਲੱਖ ਫੀਸ ਆ, ਕਿਸੇ ਯੂਨੀਵਰਸਿਟੀ 15,000 ਪਾਉਂਡ ਲਾ ਲਓ ਜੀ, ਤੁਹਾਨੂੰ ਉਹਨਾਂ ਨੇ 3,000 ਦੀ ਸਕਾਲਰਸ਼ਿਪ ਦੇ ਦਿੱਤੀ, ਉਹੀ 12 ਲੱਖ ਹੋ ਗਏ, ਤਾਂ ਮਤਲਬ ਤੁਸੀਂ 12.5 ਪੇ ਕਰਨੇ ਜੀ, ਠੀਕ ਹੈ ਜੀ। ਸੋ ਇਹ ਹੋ ਗਈ ਫੀਸ ਤੁਹਾਡੀ 15,000 ਜੇ ਆਪਾਂ ਲਾਈਏ। ਸ਼ੋ ਮਨੀ ਆ 28 days old, ਬਸ ਇਹੀ ਰਿਕੁਆਇਰਮੈਂਟ ਹੈਗੀ ਆ, ਜਾਂ ਤਾਂ ਐਪਲੀਕੈਂਟ ਦੇ ਅਕਾਊਂਟ 'ਚ ਹੋਏ ਜਾਂ ਪੈਰੈਂਟਸ ਦੇ ਅਕਾਊਂਟ 'ਚ। ਕੋਈ ਚਾਚਾ ਮਾਮਾ ਤਾਇਆ ਕੋਈ ਸਪਾਂਸਰ ਨਹੀਂ ਕਰੇਗਾ, ਕੋਈ CA ਰਿਪੋਰਟ ਨਹੀਂ ਲੱਗੇਗੀ। ਸੋ ਇਸ ਚੀਜ਼ ਦੀ ਅਵੇਅਰਨੈਸ ਬਹੁਤ ਜ਼ਰੂਰੀ ਹੈ। ਸਮਟਾਈਮਸ ਇਟਸ ਲਾਈਕ ਐਨੀ ਟਾਈਮ ਤੱਕ ਬੱਚਾ ਕਹਿ ਦਿੰਦਾ ਕਿ ਜੀ ਮੇਰੇ ਗ੍ਰੈਂਡਫਾਦਰ ਦੇ ਅਕਾਊਂਟ 'ਚ ਫੰਡ ਹੈਗੇ ਆ, ਉਹ ਨਹੀਂ ਚੱਲਣਗੇ, ਜਾਂ ਤਾਂ ਪੈਰੈਂਟਸ ਦੇ ਅਕਾਊਂਟ ਚੱਲਣਗੇ ਜਾਂ ਸਟੂਡੈਂਟ ਦੇ ਐਪਲੀਕੈਂਟ ਦੇ ਅਕਾਊਂਟ। ਐਂਡ ਦੇਖੋ ਇੱਕ ਇੰਨਾ ਕੁ ਸਿੰਪਲ ਜਿਹਾ ਪ੍ਰੋਸੈਸ ਆ ਨਾ, ਤੁਸੀਂ ਇਹ ਦੇਖੋ ਕਿ ਡਾਕੂਮੈਂਟੇਸ਼ਨ ਰਿਕੁਆਇਰਮੈਂਟ ਕਿੰਨੀ ਕੁ ਈਜ਼ੀ ਆ ਕੰਪਲੀਟ ਕਰਨੀ। ਕੀ ਚਾਹੀਦਾ ਹੈ?
ਫਰਸਟ ਟੂ ਲਾਸਟ ਮੈਂ ਤੁਹਾਨੂੰ ਸਾਰੀ ਹੁਣੇ ਦੱਸ ਦਣੀ ਹੈ, ਤੁਹਾਨੂੰ ਯਾਦ ਹੀ ਹੋ ਜਾਏਗੀ ਕਿ ਕੀ ਚਾਹੀਦਾ। ਸਭ ਤੋਂ ਪਹਿਲਾਂ ਤਾਂ ਐਕੈਡੈਮਿਕਸ ਚਾਹੀਦੇ ਨੇ, ਐਕੈਡੈਮਿਕਸ 10th 12th ਜੀ। ਦੈਨ LOR ਦੀ ਰਿਕੁਆਇਰਮੈਂਟ, LOR ਇਜ਼ ਲੈਟਰ ਆਫ ਰეკਮੈਂਡੇਸ਼ਨ। ਜੀ। ਤੁਹਾਡਾ ਸਕੂਲ ਤੁਹਾਨੂੰ ਲਿਖ ਕੇ ਦੇਗਾ that you are a good student, you ਜੀ। completed your 12th from ਮਤਲਬ about you ਉਹਨਾਂ ਨੇ ਦੱਸਣਾ, about you basically character certificate in short, certificate ਨਹੀਂ ਬਸ ਇੱਕ ਲੈਟਰ ਹੈਡ ਤੇ ਉਹਨਾਂ ਨੇ ਲਿਖ ਕੇ ਦੇਣਾ, ਠੀਕ ਹੈ ਜੀ। ਸੋ ਪਾਸਪੋਰਟ 10th 12th ਅਗਰ IELTS ਹੈ ਨਹੀਂ ਹੈ ਉਹ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਤੇ, ਵੇਵਰ ਮਿਲ ਗਿਆ ਹੈ ਨਾ। ਦੈਨ TB ਮੈਡੀਕਲ, ਹਾਂਜੀ, ਫੰਡਸ, ਬੈਂਕ ਡਾਕੂਮੈਂਟਸ ਹੋ ਗਏ ਜਿਹੜੇ, ਉਹ ਵੀ ਕੀ ਸਟੇਟਮੈਂਟ और बैलेंस सर्टिफिकेट, जी, fine, and then a cash letter that university will give you, जी, बस आ डॉक्यूमेंट। फिर उस तो बाद हम वैसी फाइल लॉन्च कर देनी है, वेटिंग फॉर द वीजा, बस कोई आइडिया नहीं लगी। ਇਹਨੂੰ ਹੀ ਇੰਨਾ ਕੰਪਲਿਕੇਟ ਕਰਕੇ ਪੈਕੇਜਾਂ 'ਚ ਵੇਚਿਆ ਜਾਂਦਾ। ਹਾਂਜੀ, ਹੁਣ ਤੁਸੀਂ ਦੇਖੋ ਇਨਵੈਸਟਮੈਂਟ ਕੀ ਹੋਈ, ਸਿਰਫ ਫੀਸ ਉਹ ਪੇ ਕਰ ਰਹੇ ਆ, ਤੁਸੀਂ 4-5 ਲੱਖ ਰੁਪਏ ਕਿਉਂ ਦੇ ਰਹੇ ਹੋ? ਮੈਨੂੰ ਇਹ ਸਮਝ ਨਹੀਂ ਆਉਂਦਾ। ਤੁਸੀਂ ਬਾਅਦ 'ਚ ਵੀ ਤਾਂ ਦੇਣਾ ਹੈ, ਤੁਸੀਂ ਪਹਿਲਾਂ ਹੀ ਆਪਣਾ ਸਟੈਪ ਬਾਈ ਸਟੈਪ ਤੁਹਾਨੂੰ ਕਲੀਅਰ ਵਿਜ਼ਨ ਰਹੇ, ਔਰ ਤੁਸੀਂ ਐਟਲੀਸਟ ਜਾ ਕੇ ਆਪਣੀ ਕੁਐਰੀ ਤਾਂ ਪੁੱਛ ਸਕਦੇ ਹੋ। ਪੈਕੇਜ ਵਾਲਿਆਂ ਨੂੰ ਤੁਸੀਂ ਇਨ ਰਿਟਰਨ ਕਦੇ ਫੋਨ ਹੀ ਨਹੀਂ ਕਰੋਗੇ, ਕਿਉਂਕਿ ਅਸੀਂ ਤਾਂ ਜੀ ਪਹੁੰਚਾਉਣਾ ਸੀ, ਪਹੁੰਚਾਤਾ ਹੈ, ਤੁਹਾਨੂੰ ਕਦੇ ਹੈਲਪ ਨਹੀਂ ਕਰਨਗੇ, ਬਿਕਾਜ਼ ਉਹਨਾਂ ਕੋਲ ਨੌਲੇਜ ਹੀ ਨਹੀਂ ਹੈ। ਉਹਨਾਂ ਨੇ ਤਾਂ ਬਸ ਪ੍ਰੋਡਕਟ ਸੇਲ ਕਰਨਾ, ਜਿਹੜੀਆਂ 2-4 ਯੂਨੀਵਰਸਿਟੀਜ਼ ਫੜੀਆਂ ਹੋਈਆਂ ਉਹ ਭੇਜਣੀਆਂ ਬਸ। ਸੋ ਮੈਂ ਹੋਪ ਕਰਦਾ ਕਿ ਬੱਚੇ ਇਹ ਪੋਡਕਾਸਟ ਦੇਖ ਕੇ ਥੋੜਾ ਜਿਹਾ ਉਹਨਾਂ ਨੂੰ ਵੀ ਗਾਈਡੈਂਸ ਮਿਲੇ ਕਿ ਉਹ ਪੈਕੇजेस ਵੱਲ ਨਾ ਜਾਣ, ਜੇ ਉਹ ਕਰਨ ਅਪਲਾਈ ਤਾਂ ਡਾਇਰੈਕਟ ਕਰਨ। ਠੀਕ ਹੈ ਮੈਮ, ਥੈਂਕ ਯੂ, ਥੈਂਕਸ ਫॉर योर ਟਾਈਮ। ਸੋ ਮਿਲਦੇ ਹਾਂ ਜਲਦੀ UK ਦੀ ਹੋਰ ਡਿਸਕਸ਼ਨ ਬਾਰੇ ਨੈਕਸਟ ਐਪੀਸੋਡ ਦੇ ਵਿੱਚ। ਥੈਂਕ ਯੂ, ਥੈਂਕਸ ਫॉर योर ਟਾਈਮ।